ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਸੋ ਖੈਰਾ ਸਾਹਿਬ, ਜਦੋਂ ਨਾ ਸਬਰ ਟੁੱਟ ਜਾਵੇ, ਬਰਦਾਸ਼ਤ ਨਾ ਹੋਵੇ, ਉਦੋਂ ਫਿਰ ਬੰਦਾ ਕਦਮ ਚੁੱਕਦਾ। ਭਾਵੇਂ ਉਹਨੂੰ ਕਾਨੂੰਨ ਤੋੜਨਾ ਕਿਉਂ ਨਾ ਕਿਹਾ ਜਾਵੇ, ਕਹਿ ਦਿਓ, ਪਰ ਉਹਨੇ ਕਾਨੂੰਨ ਤੋੜ ਕੇ ਕਦਮ ਚੁੱਕ ਲੈਣਾ। ਹੁਣ 144 ਧਾਰਾ ਲਾ ਦਿੱਤੀ ਗਈ। ਜੋ ਖੇਤ ਮਜ਼ਦੂਰ ਨੇ, ਕਾਮੇ ਨੇ, ਉਹਨਾਂ ਨੇ ਉਹ 144 ਧਾਰਾ ਤੋੜੀ ਅਤੇ ਲਾਲ ਝੰਡੇ ਲੈ ਕੇ CM ਸਾਹਿਬ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਹੋਇਆ, ਘਿਰਾਓ ਕੀਤਾ ਹੋਇਆ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ। ਜੋ ਰਿਵਾਇਤੀ ਸਰਕਾਰਾਂ ਸੀ ਉਹੀ ਕੰਮ ਇਹਨਾਂ ਨੇ ਫੜ ਲਿਆ। ਕਹਿੰਦੇ ਕੁਝ ਹੋਰ ਸੀ, ਕਰਦੇ ਕੁਝ ਹੋਰ ਨੇ। ਉਹ 144 ਧਾਰਾ ਲਗਾ ਕੇ ਸਾਡੇ ਉੱਤੇ ਇੱਦਾਂ ਦਾ ਤਸੀਹੇ ਸਾਨੂੰ ਸਹਿਣੇ ਪੈਂਦੇ ਪਏ ਨੇ, ਇੱਦਾਂ ਦਾ ਅਤਿਆਚਾਰ ਹੁੰਦਾ ਪਿਆ ਸਾਡੇ। ਤੁਸੀਂ ਸੰਗਰੂਰ ਦੀ ਗੱਲ ਕਰ ਰਹੇ ਹੋ? ਸੰਗਰੂਰ ਦੀ ਗੱਲ ਕਰ ਰਹੇ ਹੋ। ਦੇਖੋ, ਸੰਗਰੂਰ ਆਪਾਂ ਥੋੜ੍ਹੇ ਦਿਨ ਪਹਿਲਾਂ ਹੀ ਕਿਹਾ ਸੀਗਾ ਵੀ ਉੱਥੇ ਜਿਹੜਾ ਇੱਕ ਸਾਂਝਾ ਮੋਰਚਾ ਲਾਇਆ, ਜਿਹੜੇ ਪੈਨਸ਼ਨਰਸ ਨੇ, ਜਿਹੜੇ ਬੇਰੁਜ਼ਗਾਰ ਅਧਿਆਪਕ ਨੇ, ਔਰ ਬਹੁਤ ਸਾਰੀ ਹੋਰ ਸਟਰੀਮਸ ਹੈ ਨਾ, ਖੇਤ ਮਜ਼ਦੂਰ ਖਾਸ ਕਰਕੇ। ਔਰ ਜਦੋਂ ਤੁਸੀਂ ਕਹਿੰਦੇ ਹੋ ਕਿ ਸਬਰ ਟੁੱਟ ਜਾਵੇ, ਸਬਰ ਦਾ ਬੰਨ ਲਾਇਆ ਹੋਇਆ ਟੁੱਟ ਜਾਵੇ ਨਾ, ਤਾਂ ਫਿਰ ਉਦੋਂ ਇਹ ਚੀਜ਼ਾਂ ਹੁੰਦੀਆਂ ਨੇ। ਬਿਲਕੁਲ। ਬਹੁਤ ਸਮਾਂ ਹੋ ਗਿਆ, ਇੱਕ ਏਜ ਹੁੰਦੀ ਹੈ, ਇੱਕ ਸਮਾਂ ਹੁੰਦਾ ਜਦੋਂ ਤੁਹਾਨੂੰ ਨੌਕਰੀਆਂ ਮਿਲ ਜਾਵੇ। ਥੋੜ੍ਹੇ ਦਿਨ ਪਹਿਲਾਂ ਮੈਂ ਨਾ ਇਹ ਜਿਹੜੇ ਲੈਕਚਰਰ ਸੀਗੇ, ਜਿਹੜੇ ਕਹਿੰਦੇ ਸੀ ਵੀ ਸਾਨੂੰ ਪੱਕੇ ਕਰ ਦਿਓ, ਅਸੀਂ ਬੜੇ ਚਿਰ ਤੋਂ ਕੰਮ ਕਰ ਰਹੇ ਹਾਂ, ਉਹਨਾਂ ਦੀ ਨਾ ਗੱਲ ਸੁਣੀ। ਚੰਡੀਗੜ੍ਹ ਮੋਹਾਲੀ ਦੇ ਵਿੱਚ ਸੀਗੇ, ਉਹ ਸੈਕਟਰੀਏਟ ਜਾ ਰਹੇ ਸੀਗੇ, ਅਤੇ ਮੀਡੀਆ ਨੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਵੀ ਦੇਖੋ ਕੀ ਕਰਾਂਗੇ, ਅਸੀਂ ਪੜ੍ਹੇ ਲਿਖੇ ਹਾਂ, ਅਸੀਂ ਆਪਦੇ ਮੁਲਕ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਇਹਦੇ ਲਈ ਕੁਛ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਲੱਗਦਾ ਕਿ ਅਸੀਂ ਮਿਹਨਤ ਬਹੁਤ ਕੀਤੀ ਹੈ। ਹਾਂਜੀ, ਕੋਈ MPhil ਕਰ ਛੱਡਿਆ, ਕੋਈ PhD ਕਰ ਲਈ, ਬਹੁਤ ਸਾਰੇ ਟੈਸਟ ਕਲੀਅਰ ਕਰ ਲਏ। ਉਹ ਕਹਿੰਦੇ ਜੇ ਸਰਕਾਰ ਨਹੀਂ ਸੁਣੂਗੀ, ਆਖਰ ਨੂੰ ਸਾਡੇ ਕੋਲ ਵੀ ਤਾਂ ਇਹੀ ਸਮਾਂ ਆ, ਅਸੀਂ ਆਪਣੀਆਂ ਖੁਸ਼ੀਆਂ ਜਿਉਣੀਆਂ ਨੇ, ਇਹੀ 2-3 ਸਾਲ ਆ ਜਦੋਂ ਅਸੀਂ ਆਪਣੇ ਲਈ ਜਿਉਣਾ ਆ, ਅੱਗੇ ਵਧਣਾ ਆ। ਪਰ ਜੇ ਸਰਕਾਰ ਨਹੀਂ ਸੁਣੂਗੀ, ਕਹਿੰਦੇ ਅਸੀਂ ਅੱਗੇ ਚੱਲ ਜਾਵਾਂਗੇ। ਅੱਗੇ ਮਤਲਬ ਕਿ ਅਸੀਂ ਕਹਿੰਦੇ ਕਿ ਅਸੀਂ ਬਾਹਰ ਵਾਲਾ ਰਸਤਾ ਲੈ ਲਾਂਗੇ। ਅੱਗੇ ਤਾਂ ਬ੍ਰੇਨ ਡਰੇਨ ਕਹਿੰਦੇ ਇੰਨਾ ਆ, ਜੇ ਅਸੀਂ ਵੀ ਚਲੇ ਗਏ ਤਾਂ ਫਿਰ ਸਰਕਾਰਾਂ ਕਰਦੀਆਂ ਰਹਿਣ ਆਪਣੇ ਉਹੀ ਭਾਂਡਿਆਂ ਦੇ ਨਾਲ, ਕਲੀਆਂ ਰਲਦੀਆਂ ਰਹਿਣ। ਇਹ ਬਹੁਤ ਬੜੀ ਮੰਦਭਾਗੀ ਹੈ ਸੰਜੀਵ ਜੀ, ਕਿਉਂਕਿ ਮੈਂ ਨਾ ਪਿੱਛੇ ਕਿਸੇ ਮੀਡੀਆ ਹਾਊਸ ਨੇ ਇੱਕ ਰਿਪੋਰਟ ਕੀਤੀ। ਉਹ ਫਿਰੋਜ਼ਪੁਰ ਦੇ ਕਿਸੇ ਪਿੰਡ ਦੇ ਵਿੱਚ ਗਿਆ ਸੀ ਅਤੇ ਕਹਿੰਦੇ ਪਿੰਡ ਦੇ ਵਿੱਚ ਇੱਕ ਹੀ ਬੰਦਾ ਜਿਹੜਾ ਸਰਕਾਰੀ ਨੌਕਰੀ ਕਰਨ ਡਿਆ। ਅਤੇ ਤੁਸੀਂ ਹਿਸਾਬ ਲਾ ਲਓ, ਜੇ ਪਿੰਡ ਦੇ ਵਿੱਚ 500 ਜੀ ਵੀ ਹੋਣ, 500 ਦੀ ਪਾਪੂਲੇਸ਼ਨ ਵੀ ਲਾ ਲਈਏ, ਘੱਟੋ ਘੱਟ 500 ਦੀ ਲਾ ਲਈਏ, 500 ਦੇ ਵਿੱਚੋਂ ਜੇ ਇੱਕ ਬੰਦੇ ਕੋਲ ਸਰਕਾਰੀ ਨੌਕਰੀ ਹੈ ਤਾਂ ਫਿਰ ਕਿੱਥੇ ਅਸੀਂ ਖੜੇ? ਕੋਈ ਡਾਟਾ ਹੀ ਨਹੀਂ ਹੈ। ਡਾਟਾ ਹੀ ਹੈ ਨਹੀਂ ਹੈ। ਸਰਕਾਰੀ ਨੌਕਰੀਆਂ ਅਸੀਂ ਕਹਿੰਦੇ ਹਰ ਕਿਸੇ ਨੂੰ ਅਕੋਮੋਡੇਟ ਨਹੀਂ ਕੀਤਾ ਜਾ ਸਕਦਾ, ਪਰ ਹਰ ਕਿਸੇ ਨੂੰ, ਕਿਉਂਕਿ ਸਾਡੇ ਕੋਲ ਤਾਂ ਇੰਨੇ ਖਾਲੀ ਜਿਹੜੀਆਂ ਨੇ ਅਸਾਮੀਆਂ ਨੇ, ਅਸੀਂ ਹਰ ਕਿਸੇ ਨੂੰ ਅਕੋਮੋਡੇਟ ਕਰ ਸਕਦੇ ਹਾਂ। ਇਹ ਤਾਂ ਪੜ੍ਹੇ ਲਿਖੇ ਬੰਦੇ ਨੂੰ ਜਿਹੜੇ ਹੈ, ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਬੜੀਆਂ ਸਾਰੀਆਂ ਅਸਾਮੀਆਂ ਨੇ, ਸਿੱਖਿਆ ਖੇਤਰ ਦੇ ਵਿੱਚ ਬੜੀਆਂ ਸਾਰੀਆਂ ਅਸਾਮੀਆਂ ਨੇ, ਹੈਲਥ ਡਿਪਾਰਟਮੈਂਟ ਦੇ ਵਿੱਚ ਬੜੀਆਂ ਅਸਾਮੀਆਂ ਨੇ, ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈ ਉਹਦੇ ਵਿੱਚ ਬੜੀਆਂ ਅਸਾਮੀਆਂ ਨੇ, ਲੈਂਡ ਐਂਡ ਰੈਵਨਿਊ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਨੇ। ਪਰ ਇਹ ਗੱਲ ਹੈ ਨਾ ਕਿ ਸਮੇਂ-ਸਮੇਂ ਇਹਨਾਂ ਅਸਾਮੀਆਂ ਨੂੰ ਭਰਿਆ ਨਹੀਂ ਜਾ ਸਕਦਾ। ਥੋੜ੍ਹੇ ਜਿਹੇ ਟੋਟਕੇ ਲਾ ਕੇ ਅਸੀਂ ਇੱਕ ਹੀ ਚੀਜ਼ 'ਚ ਕਰੀ ਤੁੰਨੀ ਜਾਂਦੇ ਰਹਿੰਦੇ ਹਾਂ। ਤੁਸੀਂ ਦੇਖਿਆ ਹੋਣਾ, ਸੁਖਬੀਰ ਬਾਦਲ ਹੋਣਾ ਦੀ ਜੋ ਸਰਕਾਰ ਸੀ, ਸ਼੍ਰੋਮਣੀ ਅਕਾਲੀ ਦਲ ਦੀ, ਮੈਂ ਕਹਿੰਦਾ SGPC ਦੀ ਸਰਕਾਰ ਸੀਗੀ, ਉਹਨਾਂ ਦਾ ਇੱਕ ਕੰਮ ਹੁੰਦਾ ਸੀਗਾ, ਉਹ ਸਾਰੇ ਪੰਜਾਬ ਪੁਲਿਸ 'ਚ ਹੀ ਤੁੰਨੀ ਜਾਂਦੇ ਸੀਗੇ ਵੀ ਪੰਜਾਬ ਪੁਲਿਸ 'ਚ ਸਾਰੇ ਭਰਤੀ ਕਰਾ ਦੇਣੇ। ਉਹਨਾਂ ਨੇ 2-3 ਭਰਤੀਆਂ ਕੱਢੀਆਂ, ਪੰਜਾਬ ਪੁਲਿਸ 'ਚ ਹੀ ਕੱਢੀਆਂ। ਇੱਕ ਚੀਜ਼ ਹੈ ਕਿ ਹਰ ਡਿਪਾਰਟਮੈਂਟ ਦੇ ਵਿੱਚ, ਹਰ ਛੋਟੇ ਤੋਂ ਛੋਟੇ ਡਿਪਾਰਟਮੈਂਟ ਦੇ ਵਿੱਚ, ਹਰ ਵੱਡੇ ਤੋਂ ਵੱਡੇ ਡਿਪਾਰਟਮੈਂਟ ਦੇ ਵਿੱਚ ਭਰਤੀ ਬਹੁਤ ਜ਼ਰੂਰੀ ਹੈ। ਦੇਖੋ, ਜਦੋਂ ਤੁਸੀਂ ਕਰਦੇ ਹੋ ਨਾ, ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਰਹੀ ਹੈ 2 ਵਾਰੀ, ਪਾਰਲੀਮੈਂਟ ਦੇ ਵਿੱਚ ਵੀ ਜਿਹੜੇ ਬੰਦੇ ਰੱਖੇ ਗਏ ਨੇ ਮੁਲਾਜ਼ਮ, ਉਹਨਾਂ ਨੂੰ ਲੈ ਕੇ ਵੀ ਇਹ ਧਾਂਦਲੇਬਾਜ਼ੀ ਸਾਹਮਣੇ ਆਈ ਹੈ ਕਿ ਕੌਣ ਲੋਕ ਨੇ ਵਾਕਈ। ਇਹ ਵੀ ਸਾਹਮਣੇ ਗੱਲ ਆਈ ਹੈ। ਉਹ ਕਹਿੰਦੇ ਕਿ ਆਪਣੇ ਰਿਸ਼ਤੇਦਾਰਾਂ ਨੂੰ ਗਾਂਹ ਤੋਂ ਗਾਂਹ, ਜੇ ਕੋਈ ਕਿਸੇ ਦਾ OSD ਲੱਗਾ ਸੀ, ਉਹਨੇ ਆਪਣੇ 4 ਰਖਾ ਦਿੱਤੇ, ਕਿਸੇ MLA ਨੇ ਆਪਣੇ 4 ਰਖਾ ਦਿੱਤੇ। ਉਹ ਬਾਅਦ ਵਿੱਚ ਇਹ ਕਹਿੰਦੇ ਸੀ ਜੀ ਅਸੀਂ ਕਰਨੀ ਆ ਪੁੱਛ ਪੜਤਾਲ, ਤੇ ਆਮ ਆਦਮੀ ਪਾਰਟੀ ਨੇ ਵੀ ਕੋਈ ਬਾਅਦ 'ਚ ਪੁੱਛ ਪੜਤਾਲ ਨਹੀਂ ਕੀਤੀ ਗਈ, ਕਿਉਂਕਿ ਆਪਣੇ ਮਸਲੇ ਹੱਲ ਨਹੀਂ ਹੁੰਦੇ ਪਏ। ਸੋ ਆਮ ਆਦਮੀ ਪਾਰਟੀ ਕਿਹੜਾ ਘੱਟ ਗਲਤੀਆਂ ਕਰਦੀ ਪਈ ਹੈ। ਪਿੱਛੇ ਜਿਹੜੀ ਗੱਲ ਹੋ ਰਹੀ ਆ ਕਿ ਰਾਘਵ ਚੱਡਾ ਦਾ ਸਟੇਟਸ ਕੀ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ, ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਮੀਟਿੰਗ CM ਸਾਹਿਬ ਲੈਣੇ ਨੇ, ਉਹ ਮੀਟਿੰਗਸ ਰਾਘਵ ਚੱਡਾ ਲੈ ਰਹੇ ਨੇ। ਵਾਟ ਇਜ਼ ਹਿਜ਼ ਸਟੇਟਸ? ਉਹਨੂੰ ਅਪਲਿਫਟ ਕੀਤਾ ਜਾ ਰਿਹਾ, ਕਾਰਨ ਦੱਸੋ। ਸੋ ਇਹ ਚੀਜ਼ਾਂ ਕਈ ਆਮ ਆਦਮੀ ਪਾਰਟੀ ਦੀ ਜਿਹੜੀ ਵਜ਼ਾਰਤ ਹੈ ਉਹਨੂੰ ਲੈ ਕੇ ਵੀ ਸਾਹਮਣੇ ਆ ਰਹੀਆਂ ਨੇ ਜੀ। ਜੋ ਪੁਰਾਣੀਆਂ ਸਰਕਾਰਾਂ ਨੇ ਗਲਤੀਆਂ ਕੀਤੀਆਂ ਨੇ, ਹਰ ਸਰਕਾਰ ਗਲਤੀ ਕਰ ਰਹੀ ਹੈ। ਗੱਲ ਉੱਥੇ ਆ ਜਾਂਦੀ ਖੈਰਾ ਸਾਹਿਬ ਕਿ ਜਿਹੜਾ ਕਨਸੈਪਟ ਹੈ ਵੈਲਫੇਅਰ ਆਫ ਸਟੇਟ, ਲੋਕਾਂ ਦੀ ਭਲਾਈ ਦਾ ਕਨਸੈਪਟ, ਇਹੀ ਸਰਕਾਰ ਹੁੰਦੀ ਹੈ, ਉਹ ਕਨਸੈਪਟ ਗਾਇਬ ਹੈ। ਠੀਕ ਹੈ ਨਾ, ਲੋਕਾਂ ਦੀ ਭਲਾਈ ਕਿਤੇ ਵੀ ਇਹਨਾਂ ਦੇ ਸਿਲੇਬਸ 'ਚ ਨਹੀਂ ਲੱਗਦੀ ਪਈ। ਗੱਲਾਂ ਨਾਲ ਜ਼ਰੂਰ ਹੈ, ਪਰ ਪ੍ਰੈਕਟੀਕਲੀ ਨਹੀਂ ਹੁੰਦੀ ਪਈ। ਇਹ ਅਸੀਂ ਸਾਰੇ ਦੇਖਦੇ ਪਏ ਹਾਂ। ਜੇ ਹੁੰਦੀ ਹੋਵੇ ਤਾਂ ਕਿਉਂ ਇੱਦਾਂ 144 ਧਾਰਾ ਤੋੜ ਕੇ ਉੱਥੇ ਬੈਠੇ ਹੋਣ? ਘਰ ਪਰਿਵਾਰ ਹੈ ਉਹਨਾਂ ਦੀ ਜ਼ਿੰਦਗੀ, ਜਿਵੇਂ ਤੁਸੀਂ ਕਿਹਾ ਹੈ, ਉੱਥੇ ਵੇਸਟ ਕਰਦੇ ਪਏ ਨੇ, ਸੜਕਾਂ ਦੇ ਉੱਤੇ ਰੁਲਦੇ ਪਏ ਨੇ। 1 ਸਾਲ ਤੋਂ ਜ਼ਿਆਦਾ ਕਿਸਾਨ ਉੱਥੇ ਬੈਠੇ ਰਹੇ ਦਿੱਲੀ ਦੀਆਂ ਸੜਕਾਂ ਦੇ ਉੱਤੇ। ਜ਼ਿੰਦਗੀ ਹੈ।
ਸੋ ਗੱਲ ਇਹ ਹੈ ਕਿ ਗਵਰਨਮੈਂਟਸ ਕਿਉਂ ਖੱਜਲ ਖੁਆਰੀ ਕਰਦੀਆਂ ਨੇ ਲੋਕਾਂ ਦੀਆਂ, ਜਿਹੜੇ ਮਸਲੇ ਆਮ ਹੱਲ ਹੋ ਸਕਦੇ ਨੇ ਉਹਨਾਂ ਨੂੰ ਹੱਲ ਕਿਉਂ ਨਹੀਂ ਕਰਦੀਆਂ। ਆਫਟਰ ਆਲ ਇਹ ਸਾਡੀਆਂ ਮੁਸ਼ਕਿਲਾਂ ਮਿਲ ਜੁਲ ਕੇ ਅਸੀਂ ਸੋਲਵ ਕਰਨੀਆਂ ਨੇ, ਤਾਂ ਹੀ ਅਸੀਂ ਲੋਕਤੰਤਰ ਕਹਿੰਦੇ ਹਾਂ ਭਈ ਸਰਕਾਰ ਤੇ ਪਬਲਿਕ ਮਿਲ ਕੇ ਸਾਰੀਆਂ ਪ੍ਰੋਬਲਮਸ ਹੱਲ ਕਰਨ। ਤਾਂ ਜਦੋਂ ਸਰਕਾਰ ਸਾਥ ਨਹੀਂ ਦਿੰਦੀ ਤਾਂ ਫਿਰ ਪਬਲਿਕ ਕਿਹਦਾ ਸਾਥ ਦੇਗੀ। ਕਿਸੇ ਪਾਸੇ ਤੁਸੀਂ ਦੇਖੋ ਲੋਕਾਂ ਨੂੰ ਚੈਨ ਨਹੀਂ ਮਿਲਦਾ ਪਿਆ, ਦੈਟ ਇਜ਼ ਦਾ ਰੀਜ਼ਨ। ਔਰ ਜਿਹੜੀਆਂ ਨੌਕਰੀਆਂ ਨਹੀਂ ਮਿਲਦੀਆਂ ਪਈਆਂ, ਵਾਕਈ ਛੋਟੀ ਜਿਹੀ ਜ਼ਿੰਦਗੀ ਹੈ ਔਰ ਕਿਹਾ ਜਾਂਦਾ ਕਿ ਵਨ ਟਾਈਮ ਚਾਂਸ ਹੈ, ਇਸ ਤੋਂ ਬਾਅਦ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਔਰ ਉਹ ਗੋਲਡਨ ਪੀਰੀਅਡ ਜਦੋਂ ਨਿਕਲ ਗਿਆ, ਬਾਅਦ ਵਿੱਚ ਕੀ ਕਰੋਗੇ ਫਿਰ? ਨੌਕਰੀ ਦਾ ਟਾਈਮ ਨਿਕਲ ਗਿਆ, ਬਾਅਦ 'ਚ ਕੀ ਕਰੋਗੇ? ਫਿਰ ਟੱਕਰਾਂ ਮਾਰ ਕੇ ਹੁਣ ਜੇ ਲਾਈਫ ਟਾਈਮ ਸਟਰਗਲਰ ਬਣਾ ਦੇਣਾ ਤੁਸੀਂ ਲੋਕਾਂ ਨੂੰ ਕਿ ਹਮੇਸ਼ਾ ਸਟਰਗਲ ਹੀ ਕਰੀ ਜਾਣ, ਮਰਦੇ ਦਮ ਤੱਕ ਸਟਰਗਲ ਕਰੀ ਜਾਣ, ਕੀ ਫਿਰ ਲਾਈਫ ਦਾ ਚਾਅ? ਵਾਕਈ ਬਹੁਤ ਮਤਲਬ ਇਹ ਪੁਆਇੰਟ ਸੋਚਣ ਵਾਲੇ ਆ ਸੰਜੀਵ ਜੀ। ਵਾਕਈ ਜਿਹੜੀ ਅਸੀਂ ਗੱਲ ਕਰਦੇ ਆ ਨਾ ਕਿ ਇੱਕ ਪਾਰਟਿਕੂਲਰ ਟਾਈਮ ਆ ਜਿਹੜੇ ਤੇ ਅਸੀਂ ਇੱਕ ਸੈਟਲਮੈਂਟ ਭਾਲਦੇ ਆ ਨਾ, ਜਿਵੇਂ ਹੁਣ ਕਹਿ ਲਿਓ ਕਿ ਜੇ ਅਸੀਂ ਉਹ ਸਾਡੇ ਵੈਦਾਂ ਦੇ ਵਿੱਚ ਜਾਈਏ ਤੇ ਉਹ ਆਸ਼ਰਮ ਬਣਾ ਕੇ ਕਹਿੰਦੇ ਸੀ ਜੀ ਫਲਾਨਾ ਆਸ਼ਰਮ ਗ੍ਰਹਿਸਥ ਹੈ, ਸੰਨਿਆਸੀ ਆ, ਸਿੱਖਿਆਰਥੀ ਆ, 100 ਤੇ ਉਹ ਇਹ ਜਿਹੜਾ ਆ ਇਹ ਤਾਂ ਇਹਨਾਂ ਨੇ ਤਾਂ ਕੁਝ ਹੋਰ ਹੀ ਕਰਕੇ ਰੱਖ ਦਿੱਤਾ। ਉਹਨਾਂ ਨੇ ਇਹ ਕਿਹਾ ਸੀਗਾ ਕਿ 25 ਸਾਲ ਤੱਕ ਬੰਦਾ ਸਟੂਡੈਂਟ ਰਹਿੰਦਾ, 25 ਤੋਂ 50 ਤੱਕ ਬੰਦਾ ਗ੍ਰਸਥ ਆਸ਼ਰਮ 'ਚ ਫੈਮਿਲੀ ਦੇਖਦਾ, ਤੇ 50 ਤੋਂ 75 ਤੱਕ ਉਹ ਆਪਣਾ ਸਾਰਾ ਤਜਰਬਾ ਸਮਾਜ ਨੂੰ ਦਿੰਦਾ ਹੈ ਜੋ ਕੁਝ ਉਹਨੇ ਸਿੱਖਿਆ, ਤੇ 75 ਤੋਂ ਬਾਅਦ ਉਹ ਫਿਰ ਜੰਗਲਾਂ 'ਚ ਚਲਾ ਜਾਂਦਾ ਤਪੱਸਿਆ ਕਰਨ ਵਾਸਤੇ। ਸੋ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਿਆ, ਹਰ ਚੀਜ਼ ਨੂੰ 4 ਹਿੱਸਿਆਂ 'ਚ ਵੰਡਿਆ, 4 ਆਸ਼ਰਮ, 4 ਜ਼ਾਤਾਂ, 4 ਯੁੱਗ, 4 ਵੇਦ, 4 ਘੜੀਆਂ ਸਵੇਰ, 4 ਘੜੀਆਂ ਸ਼ਾਮ, 4 ਵੇਦ, ਹੈ ਨਾ, ਇਹ ਸਭ ਕੁਝ 4 ਚ ਵੰਡਿਆ। ਪਰ ਮੈਨੂੰ ਲੱਗਦਾ ਕਿ ਕਿਤੇ ਮਿਸਮੈਨੇਜਮੈਂਟ ਆ। ਇੱਕ ਤਾਂ ਉਹੀ ਆ ਕਿ ਜੇ ਅਸੀਂ ਕਹਿੰਦੇ ਆ ਨਾ ਕਿ ਅੰਨਾ ਵੰਡੇ ਰੇੜੀਆਂ ਤੇ ਮੁੜ ਆਪਣਿਆਂ ਨੂੰ, ਉਹ ਆਪਦੇ ਰਜਾ ਲੈਂਦੇ ਆ, ਆਪਣੇ ਭਤੀਜੇ ਭਾਈ ਉਹ ਮੁੰਡੇ ਉਹਨਾਂ ਦੇ ਲੱਗੇ ਹੁੰਦੇ ਆ, ਉਹ ਕਿਸੇ ਨਾਮ ਤੇ ਉਹ ਕਿਤੇ ਉਹਨੂੰ ਨੌਕਰੀ ਦਿਖਾਇਆ ਹੁੰਦਾ ਆ, ਉਹ ਦੇਖਿਆ ਸ਼ਾਮ ਨੂੰ ਚੰਡੀਗੜ੍ਹ ਦੇ 6 ਸੈਕਟਰ ਦੇ ਵਿੱਚ ਆਪਣੀਆਂ ਰੇਂਜ ਰੋਵਰਾਂ ਲੈ ਕੇ ਡੜੀਆਂ ਗੱਡੀਆਂ ਲੈ ਕੇ ਲੱਗੇ ਹੁੰਦੇ ਵੀ ਜ਼ਿੰਦਗੀ ਉਹਨਾਂ ਦੀ ਆ। ਉਹ ਵਿਚਾਰੇ ਦੀ ਕਾਹਦੀ ਜ਼ਿੰਦਗੀ, ਜਿਹਨੇ ਪੈਸੇ ਉਧਾਰ ਲੈ ਕੇ ਕਾਲਜ ਪੜ੍ਹਾਈ ਕੀਤੀ, ਫਿਰ ਕਹਿੰਦਾ ਹੋਣਾ ਵੀ ਚੱਲ ਕਿਤੇ ਉਮੀਦ ਆ ਕੇ ਕਰ ਲਾਂਗੇ, ਫਿਰ ਉਹ ਸਕੂਲ ਕਾਲਜ ਲੱਗ ਗਿਆ ਜਿੱਥੇ ਉਹ 15,000 ਲੈਂਦੇ ਆ। ਇੱਕ MA UGC ਕਲੀਅਰ ਨੂੰ 15,000 ਦਿੰਦੇ ਨੇ, PhD ਨੂੰ ਵੀ। ਤੁਸੀਂ ਹਿਸਾਬ ਲਾ ਲਓ ਕਿੰਨੇ ਕੀ ਕਿੱਥੇ ਅਸੀਂ ਖੜੇ ਆ। ਬਿਲਕੁਲ ਠੀਕ ਹੈ। ਉਹ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਡਿਗਨਿਟੀ ਆਫ ਲੇਬਰ, ਇੱਥੇ ਆਪਾਂ ਗੱਲ ਕਰਾਂਗੇ ਡਿਗਨਿਟੀ ਆਫ ਐਜੂਕੇਸ਼ਨ, ਉਹ ਵੀ ਨਹੀਂ ਹੈਗੀ। ਲੇਬਰ ਤਾਂ ਇੱਕ ਪਾਸੇ ਛੱਡੋ, ਕਿੱਦਾਂ ਕਿਸੇ ਬੰਦੇ ਨੂੰ ਜੋ ਛੋਟੇ ਦਰਜੇ ਦਾ ਮੁਲਾਜ਼ਮ ਹੋਵੇ ਤੂੰ ਤੜਾਕ ਕਰਕੇ ਗੱਲ ਕਰਦੇ ਨੇ, ਉਹ ਤੂੰ ਹੈ ਕੀ ਹੋਏ, ਚਪੜਾਸੀਓ ਲੱਗਾ ਹੋਇਆ। ਹੱਦ ਹੋ ਗਈ ਯਾਰ, ਚਪੜਾਸੀ ਦੀ ਪੋਸਟ ਨਹੀਂ ਹੁੰਦੀ, PM ਦੀ ਪੋਸਟ ਨਹੀਂ ਹੁੰਦੀ, ਫਿਰ ਕ੍ਰੀਏਟ ਕਿਉਂ ਕੀਤੀ ਹੋਈ ਹੈ? ਉਹਦਾ ਕੋਈ ਮਤਲਬ ਨਹੀਂ ਹੈ। ਤੁਸੀਂ ਐਡੀ ਵੱਡੀ ਗੱਲ ਕਹਿੰਦੇ ਪਏ ਹੋ। ਕਈ ਵਾਰ ਮੈਂ ਦੇਖਦਾ ਜਿਵੇਂ ਆਪਾਂ ਪੁਰਾਣੇ ਕਲਾਸ ਨਹੀਂ ਵੰਡੀ ਹੋਈ, ਊਚ ਜਾਤ ਊਚ ਨੀਚ, ਹੈ ਨਾ, ਛੂਆ ਛੂਤ, ਉਵੇਂ ਅੱਜ ਕੱਲ੍ਹ ਉਹੀ ਲੱਗਦਾ। ਇਹ ਕਲਰਕ ਹੈ, ਇਹ ਕਲਰਕ ਜਾਤ ਹੋ ਗਈ, ਇਹ ਚਪੜਾਸੀ ਜਾਤ ਹੋ ਗਈ, ਇਹ ਗਸਟਡ ਆਫਿਸਰ ਜਾਤ ਹੋ ਗਈ, ਇਹ ਸੀਨੀਅਰ ਆਫਿਸਰ ਜਾਤ ਹੋ ਗਈ। ਇਹ ਜਾਤਾਂ ਨੇ, ਮਤਲਬ ਤੁਸੀਂ ਇਸ ਤਰ੍ਹਾਂ ਬੰਦਿਆਂ ਨੂੰ ਦੇਖੋਗੇ ਯਾਰ। ਆਫਟਰ ਆਲ ਅਸੀਂ ਸਾਰੇ ਇਸੇ ਕੰਟਰੀ ਦੇ ਰਹਿਣ ਵਾਲੇ ਆ, ਹਰ ਬੰਦੇ ਦੀ ਆਪਣੀ ਇੱਕ ਵੈਲਿਊ ਹੈ। ਹੁਣ ਜੇ ਤੁਸੀਂ ਕੱਲ੍ਹ ਨੂੰ ਕਹੋਗੇ ਕੋਈ ਸਫਾਈ ਕਰਮਚਾਰੀ ਹੈ ਤੇ ਉਹਦੀ ਕੋਈ ਇੱਜ਼ਤ ਨਹੀਂ ਹੈਗੀ, ਇੱਕ ਰਿਕਸ਼ਾ ਚਲਾਉਣ ਵਾਲਾ ਉਹਦੀ ਕੋਈ ਇੱਜ਼ਤ ਨਹੀਂ ਹੈਗੀ, ਕੌਨਸਟੀਟਿਊਸ਼ਨ ਤੇ ਇਹ ਨਹੀਂ ਕਹਿੰਦਾ ਹੈਗਾ, ਹਰੇਕ ਦੀ ਇੱਜ਼ਤ ਹੈ, ਠੀਕ ਹੈ ਨਾ। ਬਾਕੀ ਹੁਣ ਹਾਲਾਤ ਇੱਦਾਂ ਦੇ ਨੇ, ਕੋਈ ਕਿਹੜਾ ਕੰਮ ਕਰ ਰਿਹਾ, ਕੋਈ ਕਿਹੜਾ ਕੰਮ ਕਰ ਰਿਹਾ। ਇਸੇ ਚੀਜ਼ ਨੂੰ ਆਪਾਂ ਕਹਿੰਦੇ ਆ ਨਾ ਗਰੀਬੀ ਦੂਰ ਕਰਨਾ ਕੀ ਹੈ ਕਿ ਜਿਹੜੀਆਂ ਬੇਸਿਕ ਨੀਡਸ ਨੇ ਸਾਰਿਆਂ ਦੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਸੋ ਆਪਾਂ ਅੱਗੇ ਵਧਦੇ ਹਾਂ। ਸੋ ਅੱਗੇ ਵਧੀਏ ਤਾਂ ਤਾਰਾ ਤੋਂ ਬਾਅਦ ਅੱਗੇ ਚੱਲਦੇ ਹਾਂ। ਦੇਖੋ ਕਿੰਨੀ ਐਜੀਟੇਸ਼ਨ ਆ ਲੋਕਾਂ ਦੇ ਅੰਦਰ, ਔਰ ਲੋਕ ਇਸ ਦੁੱਖ ਤੋਂ ਨਿਕਲਣ ਵਾਸਤੇ ਡਰੱਗਸ ਦਾ ਸਹਾਰਾ ਲੈਂਦੇ ਨੇ ਜੀ। ਇੱਕ ਡਰੱਗਸ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਕੁੜੀ ਨੇ ਡਰੱਗਸ ਲੀਤੀਆਂ ਹੋਈਆਂ ਨੇ, ਦੇਖੋ। ਅੱਛਾ, ਜਦੋਂ ਨੂੰ ਵਾਕਈ ਅੰਮ੍ਰਿਤਸਰ ਦੀ ਵੀਡੀਓ ਦੱਸੀ ਜਾ ਰਹੀ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਉਹ ਵੀਡੀਓ ਉੱਦਾਂ ਹੀ ਵਾਇਰਲ ਹੋਣੀ ਸ਼ੁਰੂ ਹੋ ਗਈ। ਮੈਨੂੰ ਪਹਿਲਾਂ ਲੱਗਿਆ ਕਿ ਉਹ ਵੀਡੀਓ ਐਂ ਹੀ ਆ, ਕਿਤੇ ਪੁਰਾਣੀ ਵੀਡੀਓ ਆ, ਸ਼ਾਇਦ ਉੱਦਾਂ ਕਿਤੇ ਹੋ ਸਕਦਾ ਹੈ, ਪਰ ਉਹ ਵੀਡੀਓ ਹੌਲੀ ਜਾਂਚ ਤੋਂ ਬਾਅਦ ਬੜੇ ਸਾਰੇ ਰਿਪੋਰਟੇਡ ਮੀਡੀਆ ਚੈਨਲਸ ਨੇ ਆਪਣੇ ਸੋਸ਼ਲ ਹੈਂਡਲ ਦੇ ਉੱਤੇ ਪਾਈ ਸ਼ੁਰੂ ਕਰ ਦਿੱਤੀ। ਫਿਰ ਉਸ ਤੋਂ ਬਾਅਦ ਪਤਾ ਲੱਗਾ ਕਿ ਉਹ ਅੰਮ੍ਰਿਤਸਰ ਦੇ ਕਿਸੇ ਏਰੀਆ ਦੀ ਵੀਡੀਓ ਆ ਜਿੱਥੇ ਡਰੱਗ ਦੇ ਨਾਲ, ਜਿੱਥੇ ਕਹਿ ਲਿਓ ਕਿ ਇਹ ਜਿਹੜੀ ਗਲਤਾਨ ਹੈ, ਉੱਥੇ ਸਾਰਾ ਉਹ ਏਰੀਆ ਸਾਰਾ ਉਹ ਗਲਤਾਨ ਦੇ ਵਿੱਚ ਆ। ਕਿ ਉਹ ਕੁੜੀ ਤੁਹਾਨੂੰ ਲੱਗਦਾ ਕਿ ਮਸਾਂ 26-27 ਸਾਲ ਦੀ ਕੁੜੀ ਆ, ਕਿੱਦਾਂ ਉਹ ਮਤਲਬ ਹਾਈ ਹੋ ਕੇ ਤੁਰੀ ਫਿਰਦੀ ਆ, ਔਰ ਉਹ ਕੋਈ ਛੋਟੀ ਮੋਟੀ ਡਰੱਗ ਨਹੀਂ ਲੱਗਦੀ ਜਿਹਦੇ ਨਾਲ ਅਸੀਂ ਹਾਈ ਹੋ ਜਾਂਦੇ ਹਾਂ ਜਦੋਂ ਪੈਰ ਵੀ ਨਾ ਵੱਟੇ ਬੋਡੀ ਜੈਸਚਰ ਆ ਰਹੇ ਨੇ। ਹਾਂ, ਸੋ ਪੰਜਾਬ ਨੂੰ ਜਿੱਥੇ ਅਸੀਂ ਇੱਕ ਬੰਨੇ ਤਾਂ ਅਸੀਂ ਕਹਿੰਦੇ ਹਾਂ ਕਿ ਜਦੋਂ ਉੜਤਾ ਪੰਜਾਬ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ, ਦੂਸਰੇ ਬੰਨੇ ਸਾਡੇ ਕੋਲ ਇਦਾਂ ਦੀਆਂ ਵੀਡੀਓ ਆਉਂਦੀਆਂ ਆ। ਆਪਾਂ ਜਦੋਂ ਗੱਲ ਹੀ ਕਰ ਰਹੇ ਸੀਗੇ ਤਾਂ ਆਫ ਦਾ ਕੈਮਰਾ ਸਾਡਾ ਜਿਹੜਾ ਕੈਮਰਾਮੈਨ ਹੈ ਉਹ ਤੁਹਾਨੂੰ ਦੱਸ ਕੇ ਹੀ ਗਿਆ ਆ ਵੀ ਸਾਡੇ ਏਰੀਆ ਦੇ ਵਿੱਚ ਵੀ 2 ਦਿਨ ਪਹਿਲਾਂ ਮੁੰਡਾ ਗਾਇਬ ਹੋ ਗਿਆ ਤੇ ਤੀਜੇ ਦਿਨ ਪਤਾ ਲੱਗਿਆ ਕਿ ਉਹ ਓਵਰਡੋਜ਼ ਨਾਲ ਕਿਸੇ ਸਿਵਿਆਂ ਦੇ ਵਿੱਚ ਪਿਆ ਹੋਇਆ ਸੀ ਤੇ ਉਹਦੀ ਲਾਸ਼ ਉੱਥੋਂ ਲੱਭੀ ਆ। ਇਹ ਪੰਜਾਬ ਆ, ਉਹ ਪੰਜਾਬ ਜਿਹਨੂੰ ਅਸੀਂ ਕਹਿੰਦੇ ਆ ਕਿ ਉੜਤਾ ਪੰਜਾਬ ਤੇ ਹੈ ਨਹੀਂ, ਇਹਨੂੰ ਬਦਨਾਮ ਕੀਤਾ ਜਾ ਰਿਹਾ। ਅਸੀਂ ਇੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਹਾਂ ਸੰਜੀਵ ਜੀ। ਹਾਲਾਂਕਿ ਉਸ ਦੇ ਉੱਤੇ ਇਨਕੁਆਇਰੀ ਹੋ ਗਈ ਆ, ਇਨਕੁਆਇਰੀ ਸ਼ੁਰੂ ਕਰ ਦਿੱਤੀ ਆ।
ਪਰ ਆਮ ਆਦਮੀ ਪਾਰਟੀ ਜਦੋਂ ਆਉਂਦੀ ਸੀ ਸਾਨੂੰ ਇਹ ਕਿਹਾ ਸੀਗਾ ਕਿ ਡਰੱਗ ਦੇ ਨਾਲ ਹੁਣ ਇੱਕ ਵੀ ਮੌਤ ਨਹੀਂ ਹੋਊਗੀ। ਹਾਲਾਂਕਿ ਮੈਂ ਕਹਿੰਦਾ ਕਿ ਉਸ ਹਿਸਾਬ ਦੇ ਨਾਲ ਚਲੋ ਇੱਕ ਬਹੁਤ ਘੱਟ ਵੀ ਗਈਆਂ, ਕਿਉਂਕਿ ਜਦੋਂ ਲੋਕਡਾਊਨ ਲੱਗਾ ਤਾਂ ਅਸੀਂ ਦੇਖਿਆ ਸੀ ਬੜੀਆਂ ਮੌਤਾਂ ਲੱਗੀਆਂ। ਟੀਕੇ ਲਾਉਂਦੇ ਸੀ ਤੇ ਸਪਲਿਟ ਦਾ ਕੋਈ ਟੀਕਾ ਲਾ ਦਿੰਦਾ ਸੀ, ਉਹ ਟੀਕਾ ਵਿੱਚ ਹੀ ਰਹਿ ਜਾਂਦਾ ਸੀਗਾ। ਹੌਲੀ ਹੌਲੀ ਹੁਣ ਉਹ ਮੌਤਾਂ ਦਾ ਡਰ ਸਿਲਸਿਲਾ ਘਟ ਗਿਆ, ਪਰ ਇੱਕਦਮ ਹੁਣ ਫਿਰ ਦੁਬਾਰਾ ਵੇਵ ਬਣਨੀ ਸ਼ੁਰੂ ਹੋ ਗਈ। ਤੁਸੀਂ ਦੇਖੋ ਓਵਰਡੋਜ਼ ਕਰਕੇ ਕਈ ਵਾਰ ਡੈਥਸ ਹੁੰਦੀਆਂ ਨੇ, ਪ੍ਰੋਗਰਾਮ ਬਣਾਉਂਦੇ ਨੇ ਕਈ ਸਟੂਡੈਂਟਸ, ਚਲੋ ਅੱਜ ਡਰੱਗ ਲਵਾਂਗੇ, ਓਵਰਡੋਜ਼ ਹੋ ਗਈ, ਡੈਥ ਹੋ ਗਈ, ਆਮ ਨਿਊਜ਼ ਦੇਖਦੇ ਹਾਂ ਅਸੀਂ। ਮਤਲਬ ਇਹ ਹੈ ਕਿ ਕਿਸੇ ਵਕਤ ਪੰਜਾਬ ਜਾਣਿਆ ਜਾਂਦਾ ਸੀ ਆਪਣੀਆਂ ਖੁਰਾਕਾਂ, ਗੱਭਰੂ, ਠੀਕ ਹੈ ਨਾ, ਅਸੀਂ ਮਾਂ ਦੀਆਂ ਹੱਥ ਦੀਆਂ ਕੁੱਟੀਆਂ ਹੋਈਆਂ ਚੂਰੀਆਂ ਦੀ ਗੱਲ ਕਰਦੇ ਹਾਂ, ਅਸੀਂ ਮੱਖਣਾਂ ਦੇ ਪੇੜਿਆਂ ਦੀਆਂ ਗੱਲਾਂ ਕਰਦੇ ਹਾਂ, ਕਿੱਥੇ ਚਲੇ ਗਏ ਸਭ ਕੁਝ। ਉਹ ਮਾਨ ਸਾਹਿਬ ਦਾ ਗੀਤ ਹੈ ਨਾ ਕਿ ਨਸ਼ਿਆਂ ਨੇ ਪੱਟ ਲਏ ਜਵਾਨ ਗੱਭਰੂ, ਨਸ਼ਿਆਂ ਨੇ ਪੱਟ ਲਏ ਪੰਜਾਬੀ ਗੱਭਰੂ, ਖੜਕਣ ਹੱਡੀਆਂ ਵਜਾਉਣ ਡਮਰੂ। ਮਤਲਬ ਹੱਡੀਆਂ ਇੱਦਾਂ ਖੜਕਦੀਆਂ ਜਿਵੇਂ ਡਮਰੂ ਵੱਜਦੇ ਹੁੰਦੇ ਨੇ। ਸੋ ਇਹ ਹਾਲਾਤ ਹੋ ਗਏ ਨੇ। ਉਹ ਜੁੱਸੇ ਕਿੱਥੇ ਗਏ, ਠੀਕ ਹੈ ਨਾ। ਔਰ ਕਈ ਵਾਰ ਅਸੀਂ ਖੇਡਾਂ ਦੇਖਦੇ ਹਾਂ, ਪੁਰਾਣੀਆਂ ਪੇਂਡੂ ਖੇਡਾਂ ਦੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਨੇ। ਉਹ ਟਰੈਕਟਰਸ ਦੇ ਜਿਹੜੇ ਪਹੀਏ ਨੇ ਐਂ ਚੁੱਕੇ ਹੋਏ ਨੇ, ਹਲ ਚੁੱਕੇ ਹੋਏ ਨੇ, ਐਂ ਚੁੱਕ ਕੇ ਬਾਲੇ ਕੱਢ ਦਿੰਦੇ ਨੇ ਉਹਨਾਂ ਦੇ। ਉਹ ਵੀ ਤਾਂ ਹੈਗੇ ਨੇ, ਕਿੱਦੇ ਕਿੱਦੇ ਬਦਾਮ ਰਗੜਦੇ ਪੈਣ ਦੇ ਐਂ ਜਿਸਮ ਤੁਸੀਂ ਦੇਖਦੇ, ਉਹ ਵੀ ਬੈਠੇ। ਦੇਖੋ ਜਿਹੜਾ ਮਾਣਮੱਤਾ ਸਾਡਾ ਇਤਿਹਾਸ ਸੀਗਾ ਨਾ, ਮਾਣਮੱਤੇ ਲੋਕ ਸੀਗੇ, ਰੱਜ ਕੇ ਖਾਣਾ ਦੱਬ ਕੇ ਵਾਹੁਣਾ, ਉਹ ਤਾਂ ਚਲਾ ਗਿਆ। ਚਲੋ ਉਹ ਇੱਕ ਇਹ ਕਹਿ ਲਓ ਕਿ ਅਸੀਂ ਸ਼ਿਫਟ ਵੀ ਹੋ ਜਾਂਦੇ ਹਾਂ, ਕਿਉਂਕਿ ਜਨਰੇਸ਼ਨ ਸ਼ਿਫਟ ਹੁੰਦੀ ਆ। ਅਸੀਂ ਮਸ਼ੀਨਾਂ ਤੇ ਸ਼ਿਫਟ ਹੋ ਗਏ। ਮਸ਼ੀਨਾਂ ਸ਼ਿਫਟ ਹੋ ਗਏ। ਇੱਕ ਮੈਂ ਤੁਹਾਨੂੰ ਗੱਲ ਕਰਨ ਲੱਗਾ ਵਿੱਚੋਂ, ਜਿਹੜਾ ਤੁਸੀਂ ਕਿਹਾ ਪੁਰਾਣੀਆਂ ਖੁਰਾਕਾਂ, ਅਸੀਂ ਜਦੋਂ ਸਿੱਖ ਇਤਿਹਾਸਿਕ ਸਥਾਨਾਂ 'ਤੇ ਜਾਂਦੇ ਹਾਂ, ਆਪਣੇ ਪਵਿੱਤਰ ਸਥਾਨਾਂ 'ਤੇ ਜਾ ਕੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਨਤਮਸਤਕ ਹੁੰਦੇ ਹਾਂ, ਜਿਹੜੇ ਪੁਰਾਣੇ ਹਥਿਆਰ ਨੇ, ਐਡੀਆਂ ਵੱਡੀਆਂ ਤਲਵਾਰਾਂ, ਠੀਕ ਹੈ, ਅਤੇ ਉਹ ਕਈ ਵਾਰ ਜਦੋਂ ਉੱਥੇ ਜਿਹੜੇ ਸੇਵਾਦਾਰ ਨੇ ਸਾਨੂੰ ਦਰਸ਼ਨ ਕਰਵਾਉਂਦੇ ਨੇ, ਉਹ ਸ੍ਰੀ ਸਾਹਿਬ ਨੂੰ ਜਦੋਂ ਚੁੱਕਦੇ ਨੇ, ਖੰਡੇ ਨੂੰ ਚੁੱਕਦੇ ਨੇ, ਉਹ ਦੋ ਹੱਥਾਂ ਨਾਲ ਐਂ ਪੂਰਾ ਜ਼ੋਰ ਲਾ ਕੇ ਚੁੱਕਦੇ ਨੇ। ਹੁਣ ਤੁਸੀਂ ਦੱਸੋ, ਉਹ ਐਡਾ ਭਾਰੀ ਖੰਡਾ ਉਹ ਸੈਨਿਕ ਜਿਹੜੇ ਚਲਾਉਂਦੇ ਹੋਣਗੇ, ਉਹ ਕਿੱਡਾ ਜੁੱਸਾ ਹੋਏਗਾ ਤੇ ਕਿੱਡੀ ਤਾਕਤ ਹੋਏਗੀ, ਤੇ ਉਹਨੂੰ ਉਹਨੂੰ ਹੱਥ 'ਚ ਫੜ ਕੇ ਵਾਹੁਣਾ ਵੀ ਹੈ, ਸਿਰਫ ਚੁੱਕਣਾ ਨਹੀਂ। ਆਓ ਮੈਂ ਉਹੀ ਕਹਿੰਦਾ ਵੀ ਮਤਲਬ ਐਡੀਆਂ ਤਾਕਤਾਂ ਤੇ ਆ ਕਿੱਥੇ ਵੜ ਗਏ ਅਸੀਂ। ਪਰ ਉਹੀ ਗੱਲ ਹੈ ਨਾ ਕਿ ਹੁਣ ਸਿਸਟਮ ਬਦਲ ਗਿਆ। ਕੁਝ ਸਾਡੀ ਪੋਲੀਟੀਕਲ ਸਿਸਟਮ ਇਦਾਂ ਦੀ ਹੋ ਗਈ ਕਿ ਲੋਕ ਰਾਤੋਂ ਰਾਤ ਨਾ ਅਮੀਰ ਹੋਣਾ ਚਾਹੁੰਦੇ ਸੀਗੇ। ਉਹ ਅਮੀਰ ਜਿਹੜਾ ਸੀਗਾ, ਹੁਣ ਦੇਖੋ ਚੰਗੇ ਢੰਗ ਨਾਲ ਤਾਂ ਰਾਤੋਂ ਰਾਤ ਅਮੀਰ ਹੋਇਆ ਨਹੀਂ ਜਾ ਸਕਦਾ। ਤੁਸੀਂ ਦੇਖੋ ਕਰੋੜਾਂ ਦੀ, ਇੰਨਾ ਕੁ ਪੈਕਟ ਕਰੋੜਾਂ ਦੀ ਹੀਰੋਇਨ ਬਰਾਮਦ, ਇੰਨੀ 2-3 ਕਿਲੋ ਹੁੰਦੀ ਆ ਕਰੋੜਾਂ ਸ਼ਰੋੜਾਂ ਦੀ। ਇਹ ਜਿਹੜੀ ਹਾਈ ਡਰੱਗ ਹੈ, ਜਿਹੜੀ ਇਹ ਕਰੋੜਾਂ ਅਰਬਾਂ ਖਰਬਾਂ ਰੁਪਈਆਂ ਦੀ ਹੈ। ਔਰ ਪੰਜਾਬ ਤੋਂ ਕੱਲੀ ਨਹੀਂ ਆਉਂਦੀ ਹੈਗੀ। ਆਪਾਂ ਉਧਰ ਵੀ ਗੱਲ ਕੀਤੀ ਸੀ ਕਿ ਤੁਸੀਂ ਗੁਜਰਾਤ ਦੇ ਵਿੱਚ ਦੇਖ ਲਓ ਕਿ ਕਿੰਨੇ ਗੁਜਰਾਤ ਦੇ ਬਾਰਡਰ ਤੋਂ ਸੀਲ ਹੋਈਆਂ ਨੇ। ਇਹ ਕਿਤੇ ਨਾ ਕਿਤੇ ਇਦਾਂ ਦਾ ਟ੍ਰੇਡ ਆ, ਇਦਾਂ ਦੀ ਪੈਡਲਿੰਗ ਆ, ਜਿਹੜੀ ਮਤਲਬ ਵੀ ਕਹਿ ਲਈਏ ਕਿ ਐਗਜ਼ਿਸਟੈਂਸ ਤਾਂ ਹੈ ਇਹਦੀ, ਪਰ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਖੁੱਲ੍ਹ ਕੇ। ਵਰਲਡ ਦਾ ਫਿਨੋਮੀਨਾ ਹੈ। ਔਰ ਨਸ਼ਿਆਂ ਦਾ ਇਤਿਹਾਸ ਉਨਾ ਹੀ ਪੁਰਾਣਾ ਹੈ ਜਿੰਨਾ ਇਨਸਾਨ ਦੇ ਸਮਾਜ ਦਾ ਇਤਿਹਾਸ ਪੁਰਾਣਾ। ਵਾਕਈ ਉਹ ਜਿਵੇਂ ਜਿਵੇਂ ਸਮਾਜ ਪ੍ਰੋਗਰੈਸ ਹੁੰਦਾ ਗਿਆ, ਉਵੇਂ ਨਸ਼ਾ, ਪਹਿਲਾਂ ਅਸੀਂ ਮੰਦਿਰਾਂ ਦੀ ਗੱਲ ਕਰਦੇ ਸੀ, ਦੇਵਤੇ ਮੰਦਿਰਾਂ ਪੀਂਦੇ ਹੁੰਦੇ ਸੀ ਦਾਰੂ, ਸੋਮਰਸ ਜਿਹਨੂੰ ਅਸੀਂ ਕਹਿੰਦੇ ਆ। ਫਿਰ ਹੁਣ ਹੌਲੀ ਹੌਲੀ ਤਾਂ ਅਸੀਂ ਉੱਦਾਂ ਦੇ ਆ ਗਏ ਕਿ ਸੂਟਾਂ 'ਚ ਲੈਣ ਜੇ ਖਿੱਚਦੇ ਆ, ਤੇ ਉਸ ਤੋਂ ਬਾਅਦ ਉਹ ਬੜੇ ਹਾਈ ਹੋ ਕੇ ਤੁਰੇ ਫਿਰਦੇ ਆ। ਇਹਨੇ ਇੱਥੋਂ ਤੱਕ ਕਿ ਪੰਜਾਬੀ ਗੱਭਰੂ ਜਿਹੜੇ ਸਾਡੇ ਕੈਨੇਡਾ ਅਮਰੀਕਾ ਰਹਿੰਦੇ, ਉਹਨਾਂ ਨੂੰ ਵੀ ਬਹੁਤ ਉਹਨਾਂ ਦਾ ਨੁਕਸਾਨ ਕੀਤਾ। ਸਭ ਜਗ੍ਹਾ ਇੱਥੋਂ ਨਵੇਂ ਮੁੰਡੇ ਜਾਂਦੇ ਆ, ਹੁਣ ਕਰਜ਼ਾ ਚੱਕ ਕੇ ਗਏ ਹੁੰਦੇ ਆ, ਉਹ ਪੈਸੇ ਲਾਉਣਾ ਚਾਹੁੰਦੇ ਆ ਆਪਣੇ। ਉਹ ਕਹਿੰਦੇ ਜੀ ਬੜੀ ਤਰੀਕੇ ਨਾਲ ਤੁਸੀਂ ਆਹ ਸਾਡਾ ਪੈਕਟ ਪਹੁੰਚਾ ਦਿਓ ਕਿੱਥੇ, ਤੁਹਾਨੂੰ ਤਾਂ ਅਸੀਂ ਇੰਨੇ ਡਾਲਰ ਦੇ ਦਾਂਗੇ। ਉਹਨਾਂ ਨੂੰ ਲੱਗਦਾ ਕਿ ਯਾਰ ਪੈਕਟ ਹੀ ਪਹੁੰਚਾਉਣਾ ਹੈ, ਕਿਤੇ ਕਿੰਨਾ ਔਖਾ ਆ। ਜਿਹੜੇ ਨਵੇਂ ਮੁੰਡਿਆਂ ਦੇ ਹੁਣ ਤਾਂ ਬਹੁਤ ਅਸੀਂ ਅਵੇਅਰ ਹੋ ਗਏ, ਸੋਸ਼ਲ ਮੀਡੀਆ ਕਰਕੇ ਘੱਟ ਹੀ ਜਾਂਦੇ ਆ, ਪਰ ਹਜੇ ਵੀ ਕੋਈ ਵਿਚਾਰੇ ਹਾਲਾਤਾਂ ਦੇ ਅੜਿੱਕੇ ਆ ਜਾਂਦੇ ਆ, ਹੈ ਨਾ। ਉਹ ਮੁੰਡੇ ਜਿਹੜੇ ਨੇ ਵਿਚਾਰੇ ਰਾਤੋਂ ਰਾਤ ਮਰ ਜਾਂਦੇ ਰਹੇ, ਖੱਪ ਜਾਂਦੇ ਰਹੇ, ਉਹਨਾਂ ਦਾ ਪਤਾ ਹੀ ਨਹੀਂ ਚੱਲਦਾ ਰਿਹਾ। ਕਿਉਂਕਿ ਉਦੋਂ ਇਹ ਵੀ ਖਬਰਾਂ ਆਉਂਦੀਆਂ ਸੀ ਕਿ ਟੋਰਾਂਟੋ ਡਾਊਨਟਾਊਨ ਹਰ ਸਾਲ ਹਰ ਦਿਨ ਗੋਲੀ ਚੱਲਦੀ ਉੱਥੇ, ਤੇ ਪੰਜਾਬੀ ਜਾਂ ਕੋਈ ਡਰੱਗ ਡੀਲਰ ਦੀ ਹੋ ਜਾਂਦਾ ਆ, ਕਤਲ ਹੋ ਜਾਂਦਾ ਆ, ਤੇ ਉਹਨੂੰ ਉਹ ਗੈਂਗਵਾਰ ਕਹਿੰਦੇ ਆ। ਜਦੋਂ ਗੈਂਗਵਾਰ ਉੱਥੇ ਹੁੰਦਾ ਨਾ, ਤੇ ਉੱਥੇ ਦੀ ਇਨਕੁਆਇਰੀ ਨਹੀਂ ਹੁੰਦੀ। ਉਹ ਕਹਿੰਦੇ ਜੀ 2 ਗੈਂਗਾਂ ਲੜੀਆਂ ਤੇ ਆਪਸ 'ਚ ਭਿੜੀਆਂ ਤੇ ਮਰ ਗਏ, ਤੇ ਹੁਣ ਉਹਦੀ ਕੀ ਇਨਕੁਆਇਰੀ ਕਰਨੀ ਆ। ਸਹੀ ਗੱਲ ਹੈ। ਸੋ ਬੜਾ ਅਜੀਬ ਜਿਹਾ ਸਿਨੈਰੀਓ ਬਣਿਆ। ਸੋ ਇਹਦੇ ਵਿੱਚੋਂ ਹੀ ਆਪਾਂ ਜਿਹੜੀ ਆਊਟਰੇਜ ਹੈ, ਦੇਖੋ ਕਿੱਥੇ ਤੱਕ ਪਹੁੰਚੀ ਹੋਈ ਹੈ, ਕਿੰਨਾ ਗੁੱਸਾ ਹੈ। ਛੋਟੀ ਜਿਹੀ ਗੱਲ ਆਪਾਂ ਟੱਚ ਕਰਦੇ ਹੋਏ ਅੱਗੇ ਵੱਧਦੇ ਹਾਂ ਕਿ ਇੱਕ ਪਾਸੇ ਚੰਡੀਗੜ੍ਹ ਦੇ ਵਿੱਚ ਉਹ ਪੁਲਿਸ ਮੁਲਾਜ਼ਮਾਂ ਨੇ ਰੇਡ ਕੀਤੀ, ਤੇ ਇੱਕ ਪੁਲਿਸ ਮੁਲਾਜ਼ਮ ਜਿਹੜੀ ਔਰਤ ਹੈ, ਲੇਡੀ ਕਾਂਸਟੇਬਲ ਹੈ, ਉਹਦੇ ਔਰਤਾਂ ਜਿਹੜੀਆਂ ਉੱਥੇ ਇਕੱਠੀਆਂ ਸੀ, ਕਿਉਂਕਿ ਉਹਨਾਂ ਨੂੰ ਰਿਪੋਰਟ ਮਿਲੀ ਸੀ ਕਿ ਇੱਥੇ ਕੋਈ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਨੇ, ਤੇ ਉੱਥੇ ਬਹੁਤ ਪਬਲਿਕ ਇਕੱਠੀ ਹੋ ਗਈ। ਉਹ ਪੁਲਿਸ ਕਾਂਸਟੇਬਲ ਜਿਹੜੀ ਔਰਤ ਸੀਗੀ, ਉਹਦਾ ਔਰਤਾਂ ਨੇ ਵਾਲ ਫੜ ਕੇ ਉਹਨੂੰ ਕੁੱਟਿਆ। ਇੱਕ ਪਾਸੇ ਤੇ ਦੂਜੇ ਪਾਸੇ ਪੁਲਿਸ ਨੇ ਚਲਾਨ ਕਰ ਦਿੱਤਾ ਇੱਕ ਵਿਧਾਇਕ ਦਾ, ਇੱਕ MLA ਸਾਹਿਬ ਦਾ, ਇੱਕ ਆਗੂ ਦਾ। ਉਹ ਜਾ ਕੇ ਥਾਣੇ 'ਚ ਤੋੜ ਭੰਨ ਕਰਕੇ ਆ ਗਏ। ਮਤਲਬ ਇਹ ਛੂੰਦਾ ਪਿਆ ਦੋਨਾਂ ਚੀਜ਼ਾਂ ਨੂੰ ਕਿ ਆਊਟਰੇਜ ਦੇਖੋ ਕਿੰਨਾ ਗੁੱਸਾ ਹੈ। ਇੱਕ ਪਾਸੇ ਪੁਲਿਸ ਨੂੰ ਪਬਲਿਕ ਕੁੱਟਦੀ ਪਈ ਆ, ਇੱਕ ਪਾਸੇ ਥਾਣੇ ਦੇ ਵਿੱਚ ਪਬਲਿਕ ਜਾ ਕੇ ਥਾਣਾ ਤੋੜਦੀ ਪਈ ਆ, ਉਹਨਾਂ ਦੇ ਖਿਲਾਫ ਕੇਸ ਦਰਜ ਹੋ ਗਿਆ। ਮਤਲਬ ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਕਿਹੜੀ ਸੁਸਾਇਟੀ ਬਿਲਡਅਪ ਹੋ ਰਹੀ ਹੈ। ਕਿੰਨਾ ਗੁੱਸਾ, ਕਿੰਨਾ ਅਸੀਂ ਇੱਕ ਸਤੇ ਹੋਏ ਹਾਂ। ਇੰਟੋਲਰੈਂਸ ਕਿੰਨੀ ਜ਼ਿਆਦਾ, ਸਾਡੇ ਸਹਿਣ ਸ਼ਕਤੀ ਹੈ ਹੀ ਨਹੀਂ।
ਸੋ ਇਹ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਪਈਆਂ ਦੇਖੋ ਸਮਾਜ ਮੈਂ ਤੁਹਾਨੂੰ ਦੱਸਿਆ ਨਾ ਕਿ ਵਿਗੜ ਗਏ ਅਸੀਂ ਬਹੁਤ ਜ਼ਿਆਦਾ। ਅਸੀਂ ਹੁਣ ਜਿੱਦਾਂ ਕਹਿ ਲਈਏ ਨਾ ਵੱਡੇ ਪਰਿਵਾਰਾਂ ਤੋਂ ਨਿਊਕਲੀਅਰ ਪਰਿਵਾਰਾਂ ਤੇ ਆ ਗਏ। ਉਹ ਨਿਊਕਲੀਅਰ ਪਰਿਵਾਰਾਂ ਦੇ ਵਿੱਚ ਮਾਂ ਵੀ ਕੰਮ ਤੇ ਪੇ ਵੀ ਕੰਮ ਤੇ ਪਿੱਛੋਂ ਨਿਆਣੇ ਜਿਹੜੇ ਨੇ ਉਹ ਇਕੱਲੇ ਰਹਿਣਾ ਚਾਹੁੰਦੇ ਆ। ਹੁਣ ਤੁਸੀਂ ਕਿਸੇ ਦੇ ਘਰ ਜਾਓ, ਮੈਂ ਉਦੋਂ ਵੀ ਗੱਲ ਕਰਦਾ ਸੀਗਾ ਤੇ ਉਹ ਇਦਾਂ ਲੱਗਦਾ ਵੀ ਨਿਆਣੇ ਨੂੰ ਮਿਲਣਾ ਤੁਹਾਡੇ ਲਈ ਨਾ ਇੱਕ ਈਦ ਦਾ ਚਾਂਦ ਨਹੀਂ ਹੋ ਜਾਂਦਾ। ਉਹ ਪੁੱਛਣਗੇ ਨਿਆਣਾ, ਕਹਿਣਗੇ ਬਹਿ ਜਾਓ ਜੀ ਬਹਿ ਜਾਓ, ਪੁੱਛਣਗੇ ਤੁਸੀਂ ਪੁੱਛੋਗੇ ਨਿਆਣਾ ਕਿੱਥੇ ਤੁਹਾਡਾ, ਪਹਿਲਾਂ ਤਾਂ ਉਹ ਕਹਿਣਗੇ ਜੀ ਨਿਆਣਾ ਗਿਆ ਹੋਇਆ ਪੜ੍ਹਨ। ਜੇ ਉਹ ਕਿਤੇ ਘਰੇ ਆ ਤਾਂ ਉਹ ਕਹਿੰਦੇ ਜੀ ਉਹਦੇ ਪੇਪਰ ਆ ਜੀ, ਉਹ ਪੜ੍ਹਦਾ ਆ। ਪਹਿਲੇ ਜ਼ਮਾਨੇ ਹੁੰਦੇ ਸੀ ਪਰਿਵਾਰ ਦੇ ਵਿੱਚ ਕੋਈ ਵੀ ਆ ਗਿਆ, ਕੋਈ ਕਿਤੇ ਵੀ ਬੈਠਾ, ਕੋਈ ਧਾਰਾ ਕੱਢਣ ਡਿਆ, ਕੋਈ ਕਿਤੇ ਪੱਠੇ ਲੈਣ ਗਿਆ, ਕੋਈ ਜਿਹੜਾ ਆਉਣਾ ਉਹ ਆਉਂਦੇ ਪੈਰੀ ਡਿੱਗ ਜਾਣਾ, ਸਤਿ ਸ਼੍ਰੀ ਅਕਾਲ, ਬੜੇ ਪਿਆਰ ਨਾਲ, ਮੋਹ ਦੇ ਨਾਲ, ਆਪਣੱਤ ਦੇ ਨਾਲ। ਸਹੀ ਗੱਲ ਹੈ। ਹੁਣ ਤੁਸੀਂ ਇੱਦਾਂ ਲੱਗਦਾ ਕਿ ਉਹ ਨਿਆਣੇ ਨੂੰ ਤੁਹਾਨੂੰ ਮਿਲਾਉਣਾ ਹੀ ਨਹੀਂ ਚਾਹੁੰਦੇ, ਜਾਂ ਨਿਆਣਾ ਤੁਹਾਨੂੰ ਮਿਲਣਾ ਹੀ ਨਹੀਂ ਚਾਹੁੰਦਾ। ਉਹ ਕਹਿੰਦਾ ਕਿ ਨਹੀਂ ਆ ਮੰਮਾ ਦੇ ਰਿਸ਼ਤੇਦਾਰ ਆ, ਪਾਪਾ ਦੇ ਰਿਸ਼ਤੇਦਾਰ। ਉਹ ਕਦੀ ਨਹੀਂ ਕਹਿੰਦਾ ਵੀ ਮੇਰਾ ਮਾਮਾ, ਮੇਰਾ ਚਾਚਾ, ਤਾਇਆ। ਉਹ ਕਹਿੰਦਾ ਕਿ ਫਾਦਰ ਵੱਲੋਂ ਆਏ ਹੋਇਆ, ਮੰਮੀ ਵੱਲੋਂ ਆਏ ਹੋਇਆ। ਇਦਾਂ ਦੇ ਸਿਨਾਰੀਓ ਹੋ ਗਏ ਔਰ ਮੇਰੀ ਅੱਖੀ ਡਿੱਠੇ ਸਿਨਾਰੀਓ ਹੈ ਇਹ। ਦੇਖੋ ਗੱਲ ਇਹ ਆ ਕਿ ਮਾਂ-ਬਾਪ ਵੀ ਬਹੁਤ ਬਿਜ਼ੀ, ਕਿਉਂਕਿ ਇੰਨੀਆਂ ਜ਼ਿੰਮੇਦਾਰੀਆਂ ਨਹੀਂ ਚੱਲਦੇ, ਬਹੁਤ ਕੰਮ ਕਰਨਾ ਪੈਂਦਾ। ਇੱਕ ਭਾਈ ਸਾਹਿਬ ਨੂੰ ਪੁੱਛਿਆ, ਕਹਿੰਦੇ ਤੁਹਾਡੇ ਬੱਚੇ? ਕਹਿੰਦੇ ਹਾਂਜੀ 2 ਨੇ। ਕਹਿੰਦਾ ਕਿੱਡੇ ਕਿੱਡੇ ਨੇ? ਕਹਿੰਦਾ ਇੱਕ ਤਾਂ ਐਡਾ ਕੁ ਹੈ ਤੇ ਇੱਕ ਐਡਾ ਹੈ। ਕਹਿੰਦਾ ਇਹਦਾ ਕੀ ਮਤਲਬ ਹੈ? ਲੋਕ ਇੱਦਾਂ ਦੱਸਦੇ ਨੇ ਕਿ ਐਡਾ ਇੱਕ ਐਡਾ, ਤੇ ਤੁਸੀਂ ਇੱਦਾਂ। ਕਹਿੰਦਾ ਮੈਂ ਜਦੋਂ ਮੈਂ ਜਾਣਾ ਸੁੱਤੇ ਹੁੰਦੇ ਨੇ, ਜਦੋਂ ਮੈਂ ਆਉਣਾ ਸੁੱਤੇ ਹੁੰਦੇ ਨੇ, ਮੈਂ ਇੱਦਾਂ ਹੀ ਦੇਖਦਾ ਹੁੰਦਾ। ਸੋ ਕੀ ਕੀਤਾ ਜਾਵੇ, ਸਮਾਜ ਹੀ ਇੱਦਾਂ ਦਾ, ਲਾਈਫ ਇੱਦਾਂ ਦੀ ਬਣ ਚੁੱਕੀ। ਕਿਉਂਕਿ ਪਹਿਲੇ ਪਰਿਵਾਰ ਹੁੰਦੇ ਨੇ ਖੁੱਲੇ ਪਰਿਵਾਰਾਂ 'ਚ ਅਸੀਂ ਰਹਿੰਦੇ ਸੀਗੇ, ਸਾਂਝੇ ਪਰਿਵਾਰਾਂ 'ਚ ਰਹਿੰਦੇ ਸੀਗੇ। ਹਰ ਕਿਸੇ ਦਾ ਸ਼ੌਅ ਹੁੰਦਾ ਸੀ, ਚਾਚੇ ਤੋਂ ਲੈ ਕੇ ਤਾਏ ਦਾ, ਭੂਆ ਫੂਫੀ, ਹਰ ਕਿਸੇ ਦਾ ਡਰ ਹੁੰਦਾ ਸੀ ਵੱਡਿਆਂ ਦਾ, ਵੀ ਵੱਡੇ ਆ, ਵੀ ਸਾਡੇ ਅਸੀਂ ਨਹੀਂ ਇਹ ਸਭ ਕੁਝ ਕਰਨਾ। ਅੱਜ ਕੱਲ੍ਹ ਤੇ ਨਿਆਣੇ ਇਕੱਲੇ ਇਕੱਲੇ ਰਹਿੰਦੇ ਆ। ਉਹਨਾਂ ਇਕੱਲੇ ਅਸੀਂ ਰਿਸ਼ਤੇ ਵੀ ਮਾਰ ਲਏ। ਇੱਕ ਇੱਕ ਨਿਆਣਾ ਅਸੀਂ ਹੁਣ ਪਰਿਵਾਰਾਂ 'ਚ ਹੁੰਦਾ ਆ, ਨਾ ਭੂਆ ਰਹਿ ਗਈਆਂ, ਨਾ ਮਾਸੀਆਂ ਰਹਿ ਗਈਆਂ, ਨਾ ਮਾਮੇ ਰਹਿ ਗਏ। ਬੜੇ ਸਾਰੇ ਰਿਸ਼ਤੇ ਖੋਲੇ ਅਸੀਂ ਨਿਆਣਿਆਂ ਤੋਂ। ਸਭ ਕੁਝ ਹੀ ਖੋਹ ਲਿਆ। ਮੇਨ ਚੀਜ਼ ਹੈ ਸੰਸਕਾਰ ਖੋਹ ਲਏ ਨੇ। ਹਾਂ, ਉਹ ਇੱਦਾਂ ਹੀ ਆ। ਜਦੋਂ ਤੁਸੀਂ ਕਹਿੰਦੇ ਨਾ ਪਰਿਵਾਰ 'ਚ ਰਹਿਣਾ ਸਿੱਖਦੇ ਆ, ਤਾਂ ਤੁਸੀਂ ਪਰਿਵਾਰ ਹੈ ਤੁਹਾਡੀ ਉਹ ਪ੍ਰਾਇਮਰੀ ਗਰੁੱਪ ਆ ਜਿਹੜਾ ਤੁਹਾਨੂੰ ਤੁਸੀਂ ਬਾਅਦ 'ਚ ਸਮਾਜ ਦੇ ਵਿੱਚ ਜਾ ਕੇ ਵਿਚਰਦੇ ਆ। ਬਿਲਕੁਲ ਸਹੀ ਗੱਲ ਆ। ਸੋ ਇਹਦੇ ਵਿੱਚੋਂ ਹੀ ਨਿਕਲਦੇ ਨੇ ਜਿਹੜੇ ਸਾਰੇ ਜੰਜਾਲ ਪੈਦਾ ਹੁੰਦੇ ਨੇ ਸੋਸਾਇਟੀ ਦੇ ਵਿੱਚ, ਕਿਉਂਕਿ ਸ਼ੁਰੂਆਤ ਤੇ ਘਰ ਤੋਂ ਹੀ ਹੁੰਦੀ ਹੈ। ਜੇ ਘਰ ਤੋਂ ਇੱਕ ਵਧੀਆ ਸ਼ਖਸੀਅਤ ਬਾਹਰ ਨਿਕਲੇ, ਇੱਕ ਵਧੀਆ ਸੰਸਕਾਰੀ ਬੱਚਾ ਬਾਹਰ ਨਿਕਲੇ, ਤਾਂ ਵਾਕਈ ਸਮਾਜ ਦੇ ਵਿੱਚ ਸੰਸਕਾਰ ਲੈ ਕੇ ਆਊਗਾ। ਪਰ ਜੇ ਘਰੋਂ ਹੀ ਉਹਨੂੰ ਪੁੱਠੀਆਂ ਸਿੱਖਿਆਵਾਂ ਮਿਲੀਆਂ ਹੋਈਆਂ ਨੇ, ਪੁੱਠੇ ਲੈਸਨ ਮਿਲੇ ਹੋਏ ਨੇ, ਤੇ ਉਹਨੇ ਬਾਹਰ ਆ ਕੇ ਉੱਦਾਂ ਦੇ ਕੰਮ ਕਰਦੇ ਨੇ, ਫਿਰ ਉਹ ਨਿਊਜ਼ ਬਣਦੀ ਹੈ ਜਿਹਨੂੰ ਆਪਾਂ ਡਿਸਕਸ ਕਰਦੇ ਹਾਂ। ਚਲੋ ਆਪਾਂ ਅੱਗੇ ਵੱਧਦੇ ਹਾਂ। ਸੋ ਪੰਜਾਬ ਗੌਰਮੈਂਟ ਨੇ ਜਿਹੜੀ ਉਹ ਸਕੀਮ ਚਲਾਈ ਸੀ, ਘਰ ਘਰ ਆਟਾ ਦਾਲ ਦੇਣਾ ਸੀ ਜੀ, ਤੇ ਜਿਹੜੇ ਡਿਪੂ ਹੋਲਡਰਸ ਨੇ, ਜਿਨ੍ਹਾਂ ਨੂੰ ਸਰਕਾਰੀ ਡਿਪੂ ਮਿਲੇ ਹੋਏ ਨੇ, ਉਹ ਕਹਿੰਦੇ ਸਾਡਾ ਬਿਜ਼ਨਸ ਚੌਪਟ ਹੋਏਗਾ, ਕਿਉਂਕਿ ਤੇ ਘਰ ਘਰ ਪਹੁੰਚ ਗਿਆ ਸਭ ਕੁਝ, ਤੇ ਅਸੀਂ ਕੀ ਕਰਾਂਗੇ? ਫਿਰ ਅਸੀਂ ਤਾਂ ਵਿਹਲੇ ਹੋ ਕੇ ਬਹਿ ਗਏ। ਜੀ, ਉਹਨਾਂ ਨੇ ਪਟੀਸ਼ਨ ਪਾਈ। ਹੁਣ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਇਹ ਆਟਾ ਦਾਲ ਸਕੀਮ ਜਿਹੜੀ ਘਰ ਘਰ ਪਹੁੰਚਾਉਣ ਵਾਲੀ ਹੈ। ਪਹਿਲੇ ਦਿਨ ਤੋਂ ਹੀ ਜਦੋਂ ਸ਼ੁਰੂ ਉਹਨਾਂ ਨੇ ਕੀਤਾ ਇਹ ਸੀਗਾ, ਤੇ ਡਿਪੂ ਹੋਲਡਰ ਰੌਲਾ ਪਾਉਣ ਲੱਗ ਪਏ। ਉਹ ਕਹਿੰਦੇ ਵੀ ਸਾਡੇ ਤੇ ਪੀੜ੍ਹੀਆਂ ਦੇ ਪੀੜ੍ਹੀਆਂ, ਤੁਹਾਨੂੰ ਯਾਦ ਹੋਵੇਗਾ ਕਿ ਕਾਂਗਰਸ ਦੇ ਟਾਈਮ ਆ, ਬਹੁਤ ਪੁਰਾਣੇ ਸਮਿਆਂ ਤੋਂ ਹੈ ਇਹਨਾਂ ਨੂੰ, ਕਿਸੇ ਇੱਕ ਪਰਿਵਾਰ ਨੂੰ ਮਿਲਿਆ ਹੋਇਆ ਤੇ ਉਹ ਮੋਨੋਪੋਲੀ ਜੀ ਚੱਲੀ ਜਾਂਦੀ, ਉਹੀ ਪਰਿਵਾਰ ਵੰਡਦਾ, ਕਾਲੇ ਉਹਦੀ ਚੌਥੀ ਪੰਜਵੀਂ ਛੇਵੀਂ ਪੀੜ੍ਹੀ ਵੰਡੀ ਜਾਂਦੀ ਆ। ਤੇ ਪਿੱਛੇ ਜਦੋਂ ਹੁਣ ਕਹਿੰਦੇ ਮਿੱਟੀ ਦਾ ਤੇਲ ਕੋਈ ਲੈਂਦਾ ਨਹੀਂ ਸੀਗਾ, ਤੇ ਉਹਨਾਂ ਦੇ ਕੋਲੇ ਫਿਰ ਕੈਨਾਂ ਦੇ ਕੈਨ ਆਉਂਦੇ ਸੀਗੇ, ਡਰਾਮਾਂ ਦੇ ਡਰਮ, ਤੇ ਉਹ ਵੇਚ ਕੇ ਪੈਸੇ ਵੱਟ ਕੇ ਉਹ ਪਰਾਂ ਜਾਂਦੇ ਸੀਗੇ, ਕਿਉਂਕਿ ਉਹ ਬੜੇ ਸਬਸਿਡਾਈਜ਼ ਰੇਟ ਤੇ ਆਉਂਦੇ ਆ। ਇਹਦੀ ਇਨਕੁਆਇਰੀ ਨਹੀਂ ਹਾਲੇ ਤੱਕ ਹੋਈ। ਮਾਨ ਸਰਕਾਰ ਸਾਰੀਆਂ ਇਨਕੁਆਇਰੀਆਂ ਕਰਨਾ ਚਾਹੁੰਦਾ, ਇਹਦੀ ਇਨਕੁਆਇਰੀ ਉਹਨਾਂ ਨੇ ਹਾਲੇ ਤੱਕ ਨਹੀਂ ਕੀਤੀ, ਨਾ ਪਹਿਲੀਆਂ ਸਰਕਾਰਾਂ ਨੇ ਕੀਤੀ ਕਿਸੇ ਨੇ। ਹੁਣ ਜਿੱਦਣ ਤੋਂ ਇਹ ਗੱਲ ਸ਼ੁਰੂ ਹੋ ਗਈ ਵੀ ਆਟਾ ਦਾਲ ਅਸੀਂ ਘਰੇ ਪਹੁੰਚਾਇਆ ਕਰਨਾ, ਵੀ ਘਰ ਘਰ ਪਹੁੰਚਾਇਆ ਕਰਨਾ, ਉਹ ਕਹਿੰਦੇ ਵੀ ਭਾਈ ਸਾਡੇ ਤਾਂ ਹੁਣ ਸਿਰ ਤੇ ਤੁਸੀਂ ਸੋਟਾ ਹੀ ਮਾਰਤਾ, ਵੀ ਸਾਡੇ ਤਾਂ ਹੱਥ ਵੱਢ ਤੇ ਤੁਸੀਂ। ਇਹਨਾਂ ਨੇ ਉਹ ਵੀ ਗੱਲ ਨਹੀਂ ਗੋਲੀ। ਇਹਨਾਂ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ, ਸਭ ਕੁਝ ਹੋ ਗਿਆ। ਅਗਲਿਆਂ ਨੇ ਪਟੀਸ਼ਨ ਪਾਤੀ ਮਾਨਸਾ ਤੋਂ, ਉਹਨਾਂ ਦੇ ਲਾਲਜੀਤ ਜੀ ਨੇ, ਜਿਹੜੇ ਉਹਨਾਂ ਦੇ ਹਰ ਕਿਸੇ ਦਾ ਲੀਡਰ ਹੁੰਦਾ, ਉਹਨਾਂ ਦਾ ਵੀ ਲੀਡਰ ਆ, ਤੇ ਉਹਨਾਂ ਨੇ ਪਟੀਸ਼ਨ ਪਾਤੀ। ਹੁਣ ਪਟੀਸ਼ਨ 'ਚ ਹਾਈ ਕੋਰਟ ਨੇ ਕਹਿ ਦਿੱਤਾ ਵੀ ਨਹੀਂ, ਇਹ ਕੰਮ ਨਹੀਂ ਹੋਣਾ, ਵੀ ਅਗਲਿਆਂ ਦਾ ਤੁਸੀਂ ਰੋਜੀ ਰੋਟੀ ਖੋਹ ਗਏ ਆ, ਤੇ ਇੱਦਾਂ ਥੋੜ੍ਹੀ ਚੱਲਣਾ। ਹੁਣ ਫਿਰ ਹਾਲੇ ਪ੍ਰਤੀਕਿਰਿਆ ਨਹੀਂ ਆਈ ਹੈਗੀ, ਕਿਉਂਕਿ ਮਾਨ ਸਾਹਿਬ ਆਪ ਹਾਲੇ ਜਰਮਨ ਨੇ, ਤੇ ਅੱਜ ਹੀ ਉਹਨਾਂ ਨੇ ਫੋਟੋ ਤਾਜੀ ਸਾਂਝੀ ਕੀਤੀ ਜਦੋਂ ਆਪਾਂ ਇੱਥੇ ਆਏ ਹਾਂ, ਤੇ ਉਹਨਾਂ ਨੇ ਬੜੇ ਇਨਵੈਸਟਿੰਗ ਵਾਲਾ ਜਿਹੜਾ ਲੋਗੋ ਜਿਹਾ ਫੜਿਆ ਹੋਇਆ, ਤੇ ਦੇਖਦੇ ਹਾਂ ਕੀ ਲੈ ਕੇ ਆਉਂਦੇ ਆ ਨਾ, ਕਿਉਂਕਿ ਉਮੀदें ਤਾਂ ਬਹੁਤ ਹੈ, ਆਓਗੇ ਤਾਂ ਪਤਾ ਚੱਲੇਗਾ। ਸਹੀ, ਕਿਉਂਕਿ ਉਹਨਾਂ ਵੀ ਕੀ ਲੈ ਕੇ ਆਉਣੇ, ਕਿਉਂਕਿ ਮੋਦੀ ਸਾਹਿਬ, ਮੈਂ ਤਾਂ ਉਦੋਂ ਵੀ ਗੱਲ ਕੀਤੀ ਸੀ ਵੀ ਮੋਦੀ ਸਾਹਿਬ ਹੁਣਾਂ ਨੇ ਕੋਈ ਮੁਲਕ ਇਹੋ ਜਿਹਾ ਨਹੀਂ ਜਿਹੜਾ ਛੱਡਿਆ ਨਾ ਹੋਵੇ, ਲੈ ਕੇ ਉਹ ਵੀ ਕੱਖ ਨਹੀਂ ਸੀ ਆਏ। ਹੁਣ ਇਹ ਦੇਖਦੇ ਆ ਕਿ ਮਾਨ ਸਾਹਿਬ ਲੈ ਕੇ ਆਉਂਦੇ ਆ ਕਿ ਨਹੀਂ ਆਉਂਦੇ, ਕਿਉਂਕਿ ਮੈਨੂੰ ਕਦੇ ਕਦੇ ਇਹ ਲੱਗਦਾ ਹੁੰਦਾ ਵੀ ਇਹ ਕੁਝ ਹੋਰ ਹੀ ਤਰੀਕੇ ਦੇ ਨਾਲ ਘੁੰਮਣ ਫਿਰਨ ਦਾ ਤਰੀਕਾ ਹੁੰਦਾ ਆ, ਲੈ ਕੇ ਆਉਣ ਨਾ ਆਉਣ ਉਹ ਗੱਲ ਵੱਖਰੀ ਹੈ। ਚਲੋ ਇਹ ਵੀ ਦੇਖ ਲੈਂਦੇ ਆ। ਫਿਲਹਾਲ ਤੇ ਆਪਾਂ ਡਿਪੂ ਹੋਲਡਰਸ ਦੀ ਗੱਲ ਕਰ ਰਹੇ ਸੀ ਕਿ ਰਿਐਕਸ਼ਨਸ ਬਹੁਤ ਆਈਆਂ। ਪਹਿਲਾਂ ਤਾਂ ਬਹੁਤ ਜ਼ਿਆਦਾ ਹੋਰ ਵੀ ਰਿਐਕਸ਼ਨ ਸੀ ਕਿ CCTV ਕੈਮਰਾ ਲੱਗਾ ਹੋਊਗਾ, ਜਿਹੜੀ ਗੱਡੀ ਜਾਊਗੀ, ਜਿਹੜੇ ਮੁਲਾਜ਼ਮ ਜਾਣਗੇ ਘਰ ਘਰ ਆਟਾ ਦਾਲ ਸਕੀਮ ਦੇ ਤਹਿਤ, ਉਹ ਘਰ ਨਹੀਂ ਜਾਣਗੇ, ਉਹ ਪਿੰਡ ਦੀ ਫਿਰਨੀ 'ਚ ਖੜੇ ਹੋਣਗੇ, ਉਹ ਸ਼ਹਿਰ ਦੇ ਚੌਂਕ 'ਚ ਖੜੇ ਹੋਣਗੇ, ਤਾਂ ਕਿ ਜਿਹੜੇ ਅਮੀਰ ਲੋਕ ਕਈ ਇਸ ਦਾ ਫਾਇਦਾ ਲੈ ਰਹੇ ਨੇ,
ਜਾਲੀ ਕਾਰਡ ਬਣਵਾ ਕੇ ਉਹਨਾਂ ਦੀ ਸਾਰੀ ਸੀਸੀਟੀਵੀ ਫੁਟੇਜ ਨਹੀਂ, ਬਣੇਗੀ। ਡੀਪੂ ਹੋਲਡਰ ਦਾ ਸਿਸਟਮ ਵੱਖਰਾ ਹੈ ਸੰਜੀਵ ਜੀ, ਉਹ ਆਟਾ ਦਾਲ ਸਕੀਮ ਆ, ਉਹ ਅਲੱਗ ਚੀਜ਼ ਆ ਨਾ। ਡੀਪੂ ਹੋਲਡਰ ਦਾ ਸਕੀਮ ਇਦਾਂ ਆ ਕਿ ਜਿਹੜੇ ਪਿੰਡ 'ਚ ਰਹਿੰਦੇ ਆ ਨਾ ਜਾਂ ਸ਼ਹਿਰ ਖਾਨੇ 'ਚ ਰਹਿੰਦੇ ਆ, ਇਹਨਾਂ ਸਾਰਿਆਂ ਦੇ ਰਾਸ਼ਨ ਕਾਰਡ ਬਣਦੇ ਆ। ਬਿਲਕੁਲ ਸਹੀ। ਔਰ ਰਾਸ਼ਨ ਕਾਰਡ, ਕਿਉਂਕਿ ਜਦੋਂ ਅਸੀਂ ਆਜ਼ਾਦ ਹੋਏ ਸੀ ਨਵੇਂ ਨਾ, ਉਦੋਂ ਹਰ ਕਿਸੇ ਕੋਲੇ ਉਨੀਆਂ ਸੁਵਿਧਾਵਾਂ ਨਹੀਂ ਸੀ ਹੁੰਦੀਆਂ, ਤੇ ਉਹਨਾਂ ਨੂੰ ਸਬਸਿਡਾਈਜ਼ ਰਾਸ਼ਨ ਦੇਣ ਦੇ ਲਈ ਨਾ ਇਹ ਚੀਜ਼ਾਂ ਬਣਦੀਆਂ ਵੀ। ਸਰਕਾਰ ਇੱਕ ਸਹਿਕਾਰੀ ਸਭਾ ਚਲਾਉਂਦੀ ਸੀਗੀ, ਉਹ ਕਹਿੰਦੇ ਵੀ ਅਸੀਂ ਸਾਡਾ ਮਾਲ ਵਿਕ ਜੂਗਾ ਤੇ ਤੁਸੀਂ ਇਹਨੂੰ ਸਬਸਿਡਾਈਜ਼ ਤੇ ਲੈ ਲਿਓ। ਹੁਣ ਤੇ ਸਾਡੇ ਕੋਲੇ ਕਹਿੰਦੇ ਨੇ ਅੱਜ ਕੱਲ ਉਹ ਐਡ ਵੀ ਆਉਂਦੀ ਆ, ਮੁਹੱਲੇ ਕੀ ਦੁਕਾਨ। ਉਹ ਦੁਕਾਨ ਤੇ ਕਿਸੇ ਅੰਬਾਨੀ ਅਡਾਨੀ ਦੀ ਆ ਤੇ ਉਹਨੂੰ ਮੁਹੱਲੇ ਕੀ ਦੁਕਾਨ ਕਹਿ ਕੇ ਜਿਹੜਾ ਉਹ ਕੀਤਾ। ਸਾਡੇ ਕੋਲੇ ਬਹੁਤ ਸਾਰੇ ਆਪਸ਼ਨ ਆ, ਯੂ ਨੇਮ ਇਟ ਵੀ ਹੈਵ ਅ ਆਪਸ਼ਨ। ਸੋ ਉਹ ਤਰੀਕਾ ਬਦਲ ਗਿਆ ਸਾਰਾ। ਤੇ ਇਹ ਕਿਤੇ ਨਾ ਕਿਤੇ ਹੁਣ ਲੋਕੀ ਘੱਟੇ, ਮੈਂ ਤੁਹਾਨੂੰ ਕਹਿ ਰਿਹਾ ਵੀ ਤੇਲ ਵੀ ਹੁਣ ਘੱਟੇ ਲੈਂਦੇ ਆ, ਚੌਲ ਵੀ ਘੱਟੇ ਲੈਂਦੇ ਆ, ਆਟਾ ਵੀ ਘੱਟੇ ਲੈਂਦੇ ਇਹਨਾਂ ਤੋਂ। ਪਰ ਇਹਨਾਂ ਦੀਆਂ ਲੱਗੀਆਂ ਹੋਈਆਂ ਮੌਜਾਂ, ਕਿਉਂਕਿ ਉਹ ਸਬਸਿਡਾਈਜ਼ ਤੇ ਹੁੰਦਾ ਤੇ ਫਿਰ ਇਹ ਆਪਦੀ ਦੁਕਾਨ ਖੋਲ ਲੈਂਦੇ। ਜਿੰਨੇ ਵੀ ਡਿਪੂ ਹੋਲਡਰ ਆ ਤੁਸੀਂ ਦੇਖੋ, ਇਹਨਾਂ ਦੀ ਆਪਦੀ ਦੁਕਾਨ ਜ਼ਰੂਰ ਹੋਊਗੀ, ਉਹ ਦੁਕਾਨ ਤੇ ਫਿਰ ਵੇਚਦੇ ਆ। ਹਰ ਚੀਜ਼ ਚੱਲਦੀ ਪਈ ਹੈ। ਜੇ ਸਭ ਕੁਝ ਜਿਹਨੂੰ ਆਪਾਂ ਕਹਿੰਦੇ ਆ ਪਾਰਦਰਸ਼ੀ ਹੋਵੇ, ਟਰਾਂਸਪੇਰੈਂਟ ਹੋਵੇ, ਹਰ ਕੰਮ ਅਕੋਰਡਿੰਗ ਟੂ ਲਾਅ ਹੁੰਦਾ ਹੋਵੇ, ਤਾਂ ਫਿਰ ਕੋਈ ਡਿਸਕਸ਼ਨ ਦੀ ਲੋੜ ਨਹੀਂ ਪੈਣੀ। ਡਿਸਕਸ਼ਨਸ ਉੱਥੇ ਹੁੰਦੀਆਂ ਨੇ ਜਿੱਥੇ ਅਸੀਂ ਦੇਖਦੇ ਹਾਂ ਕਿ ਇੱਕ ਬੰਦਾ ਮਿਆਰ ਤੋਂ ਡਿੱਗ ਪਿਆ, ਇੱਕ ਬੰਦਾ ਕਿਰਦਾਰ ਤੋਂ ਡਿੱਗ ਪਿਆ, ਆਓ ਜੀ ਫਿਰ ਉਹਨੂੰ ਡਿਸਕਸ ਕਰੀਏ। ਉਹ ਡਿਸਕਸ ਕਰਦੇ, ਉਹੀ ਡਿਸਕਸ਼ਨਸ ਨੇ। ਗੱਲ ਇਹ ਆ ਕਿ ਦੇਖੋ ਨਾ ਖੈਰਾ ਸਾਹਿਬ, ਹਰ ਗੱਲ ਬਿਲਕੁਲ ਸਿੱਧੀ ਸਾਦੀ, ਸਪਸ਼ਟ, ਪਾਰਦਰਸ਼ੀ ਤਰੀਕੇ ਨਾਲ ਕਲੀਅਰ ਆ, ਕ੍ਰਿਸਟਲ ਕਲੀਅਰ ਆ, ਬਟ ਉਹਦੇ 'ਚ ਮੇਰਾ ਫਾਇਦਾ ਨਹੀਂ ਨਾ ਹੈਗਾ, ਮੇਰਾ ਸੈਲਫ ਇੰਟਰਸਟ ਪੂਰਾ ਨਹੀਂ ਹੁੰਦਾ, ਉੱਥੇ ਫਿਰ ਗੜਬੜ ਪੈਦਾ ਹੁੰਦੀ ਹੈ। ਉਹ ਜਦੋਂ ਗੜਬੜ ਪੈਦਾ ਹੁੰਦੀ ਆ, ਕਿਉਂਕਿ ਜਦੋਂ ਅਸੀਂ ਸਾਰੇ ਜਣੇ ਕਹਿੰਦੇ ਸਭ ਦਾ ਸੁੱਖ ਹੋਵੇ, ਸਾਰੇ ਮਿਲ ਕੇ ਇੱਕ ਦੂਜੀ ਤਰੱਕੀ ਬਾਰੇ ਸੋਚਦੇ ਹਾਂ, ਮਤਲਬ ਸਭ ਦੇ ਵਿੱਚ ਸਾਡੀ ਆਪਣੀ ਤਰੱਕੀ ਆ ਗਈ, ਪਰ ਦੂਜੇ ਦੀ ਤਰੱਕੀ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ। ਦੂਜੇ ਦਾ ਸੁੱਖ ਹੋਵੇ ਨਾ ਹੋਵੇ, ਮੈਨੂੰ ਮਿਲਣਾ ਚਾਹੀਦਾ, ਉੱਥੇ ਫਿਰ ਵਾਕਈ। ਚਲੋ ਮੈਂ ਕਿਹਾ ਅੰਮ੍ਰਿਤਸਰ ਦੀ ਆਪਾਂ ਗੱਲ ਕਰ ਲਈਏ। ਅੰਮ੍ਰਿਤਸਰ ਵੀ ਆਪਾਂ ਇੱਕ ਹੋਰ ਗੱਲ ਅੰਮ੍ਰਿਤਸਰ ਦੀ ਦੱਸੋ। ਕਹਿੰਦੇ ਸਪ੍ਰਿੰਗਡੇਲ ਸਕੂਲ ਨੂੰ ਵੀ ਧਮਕੀ ਮਿਲੀ ਆ, ਔਰ ਇੱਕ ਦਿਨ ਪਹਿਲਾਂ ਵੀ ਉੱਥੇ ਕਿਸੇ ਸਕੂਲ ਨੂੰ ਮਿਲੀ ਸੀਗੀ, ਤੇ ਉਦੋਂ ਤੱਕ ਨਿਆਣੇ ਫੜੇ ਗਏ, ਕਹਿੰਦੇ ਜੀ 8ਵੀਂ 9ਵੀਂ ਦੇ ਨਿਆਣੇ ਆ। ਪਰ ਇਹ ਕਹਿੰਦੇ ਜੀ ਇੰਸਟਾਗ੍ਰਾਮ ਦੇ ਉੱਤੇ ਹਾਲੇ ਤੱਕ ਇਹਦੀ ਇਨਕੁਆਇਰੀ ਜਿਹੜੀ ਆ ਬਹੁਤ ਸੇਰ ਤੇ ਹੋ ਗਈ, ਕਿਉਂਕਿ ਇੱਥੇ ਲੱਗਦਾ ਕਿ ਬਹੁਤ ਸੀਰੀਅਸ ਧਮਕੀ ਹੈ, ਬਹੁਤ ਸੀਰੀਅਸ ਹੈ। ਔਰ ਸਕੂਲ ਵਰਗੇ ਇੰਸਟੀਚਿਊਟ ਨੂੰ ਜਿੱਥੇ ਛੋਟੇ ਛੋਟੇ ਬੱਚੇ ਪੜ੍ਹਨ ਆਉਂਦੇ ਨੇ, ਹੈ ਨਾ, ਮਤਲਬ ਕਿੱਦਾਂ ਦੀ ਸੋਚ ਹੋਏਗੀ ਉਸ ਬੰਦੇ ਦੀ ਜੋ ਸਕੂਲ ਨੂੰ ਧਮਕੀ ਦਿੰਦਾ ਪਿਆ। ਤੇ ਔਰ ਅਸੀਂ ਪਹਿਲਾਂ ਪਾਕਿਸਤਾਨ 'ਚ ਵੀ ਦੇਖ ਚੁੱਕੇ ਹਾਂ ਜੀ, ਸਕੂਲ ਦੇ ਵਿੱਚ ਧਮਾਕਾ ਹੋਇਆ, ਕਿਵੇਂ ਛੋਟੇ ਛੋਟੇ ਬੱਚਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀ, ਅਸੀਂ ਦੇਖ ਚੁੱਕੇ ਹਾਂ। ਔਰ ਫਿਲਹਾਲ ਤੇ ਖੈਰ ਹੜ੍ਹਾਂ 'ਚ ਉਲਝੇ ਹੋਏ ਨੇ ਉਹ ਲੋਕ, ਉੱਥੇ ਵੀ ਬੱਚੇ ਮਰ ਰਹੇ ਨੇ। ਵਾਕਈ ਯੂਕਰੇਨ ਦੇ ਵਿੱਚ ਬੱਚੇ ਮਰ ਰਹੇ ਨੇ, 1000 ਤੋਂ ਉੱਤੇ ਬੱਚਾ ਮਰ ਚੁੱਕਾ ਹੈ। ਔਰ ਯੂਨੀਸੈਫ ਕਹਿ ਰਹੀ ਹੈ ਕਿ ਬੰਦ ਕਰੋ ਹੁਣ, ਯਾਰ ਬਹੁਤ ਹੋ ਗਈ ਜੰਗ, ਕੀ ਕਰਦੇ ਪਏ ਹੋ। ਸੋ ਇੱਧਰ ਸਕੂਲ ਨੂੰ ਧਮਕੀ ਮਿਲਦੀ ਪਈ ਹੈ। ਪਰ ਚਲੋ ਰਸ਼ੀਆ ਦੀ ਗੱਲ ਮੈਂ ਵੀ ਥੋੜੀ ਜਿਹੀ ਕਰ ਦਿੰਦਾ। ਰਸ਼ੀਆ ਅੱਜ ਕੱਲ੍ਹ ਮੈਨੂੰ ਲੱਗਦਾ ਬੈਕਫੁੱਟ ਤੇ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਮੁੰਦਰ 'ਚ ਰਹਿ ਕੇ ਜ਼ਿਆਦਾਤਰ ਵੀ ਸਮੁੰਦਰੀ ਜੀਵਾਂ ਦੇ ਨਾਲ ਵੈਰ ਨਹੀਂ ਰੱਖਿਆ ਜਾ ਸਕਦਾ। ਮਗਰਮੱਛ ਬਹੁਤ ਨੇ, ਖਾ ਲੈਣੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਹੁਣ ਕੁਛ ਨਾ ਕੁਛ ਤੇ ਹੋਊਗਾ, ਕਿਉਂਕਿ ਸੈਂਕਸ਼ਨਸ ਬਹੁਤ ਨੇ ਉਹਨਾਂ ਤੇ। ਸੈਂਕਸ਼ਨਸ ਲੱਗ ਚੁੱਕੀਆਂ। ਯੂਐਨਓ ਦੇ ਵਿੱਚ ਉਹਨਾਂ ਦੀ ਐਂਟਰੀ ਦੇ ਉੱਤੇ ਬੈਨ ਕਰ ਦਿੱਤਾ, ਕਿਉਂਕਿ ਯੂਐਨਓ ਅਮਰੀਕਾ ਉਹਨਾਂ ਨੂੰ ਵੀਜ਼ਾ ਨਹੀਂ ਦੇ ਰਿਹਾ ਉਹਨਾਂ ਦੇ ਡੈਲੀਗੇਟਸ ਨੂੰ ਯੂਐਨਓ ਦੇ ਵਿੱਚ ਆਉਣ ਵਾਸਤੇ। ਸੋ ਉਹ ਵੀ ਇੱਕ ਸਮੱਸਿਆ ਹੈ। ਦੂਜਾ, ਇਹਨਾਂ ਉੱਤੇ ਇੰਨੀਆਂ ਇਕਨੋਮਿਕ ਪਾਬੰਦੀਆਂ ਲੱਗ ਚੁੱਕੀਆਂ ਨੇ ਕਿ ਇਹ ਹੁਣ ਇਸ ਪੋਜੀਸ਼ਨ 'ਚ ਨਹੀਂ ਰਹਿ ਗਏ ਕਿ ਆਪਣੀ ਵਾਰ ਨੂੰ ਇਹ ਲੋਕ ਫੰਡ ਕਰ ਸਕਣ, ਕਿਉਂਕਿ ਬਾਕੀ ਦੇਸ਼ ਨੂੰ ਵੀ ਤਾਂ ਬਚਾਉਣਾ ਹੈ। ਔਰ ਦੂਸਰੇ ਇਹਨਾਂ ਦੇ ਕਲਾਇੰਟਸ ਟੁੱਟਦੇ ਪਏ ਨੇ ਜੋ ਨੈਚੁਰਲ ਗੈਸ ਦੇ ਨੇ, ਨੈਚੁਰਲ ਆਇਲ ਦੇ ਨੇ, ਇਹ ਕਿੱਧਰ ਜਾਣਗੇ। ਬਾਕੀ ਸੰਜੀਵ ਜੀ ਦੇਖੋ, ਹੁਣ ਆਪਾਂ ਗੱਲ ਕਰਦੇ ਹਾਂ ਜਿਹਾਦ ਇੱਦਾਂ ਦੀ ਹੈ ਜਿਹਨੂੰ ਇਹ ਕਹਿੰਦੇ ਜੀ ਇੱਕ ਮੁਕਤੀ ਦਾ ਰਾਹ ਆ ਜਿਹੜੇ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਚੀਜ਼ਾਂ ਬਹੁਤ ਮਾੜੀਆਂ ਨੇ। ਹੁਣ ਜਿਹੜੀ ਇਹ ਧਮਕੀ ਆ, ਮੈਂ ਕਹਿੰਦਾ ਕਿ ਇਹ ਧਮਕੀ ਮਹਿਜ਼ ਧਮਕੀ ਹੋਵੇ, ਬਿਲਕੁਲ ਉਸੇ ਤਰੀਕੇ ਨਾਲ ਹੋਵੇ ਜਿਵੇਂ ਪਹਿਲਾਂ ਨਿਆਣਿਆਂ ਨੇ ਕੀਤਾ ਸੀਗਾ, ਕਿਉਂਕਿ ਮਾਪਿਆਂ ਦੇ ਦਿਲਾਂ ਦੇ ਵਿੱਚ ਬਹੁਤ ਡਰ ਹੋ ਜਾਂਦਾ। ਅਸੀਂ ਕਈ ਵਾਰ ਦੇਖਦੇ ਹਾਂ ਨਾ, ਇੱਕ ਇਨਸਾਨ ਦਾ ਸ਼ਾਇਦ ਸ਼ੌਕ ਬਣ ਗਿਆ ਦੂਜੇ ਇਨਸਾਨ ਦੀ ਜਾਨ ਲੈਣਾ, ਇਹ ਸ਼ੌਕ ਹੋ ਗਿਆ, ਹੋ ਸਕਦਾ, ਠੀਕ ਹੈ ਨਾ। ਅਸੀਂ ਵਾਰਸ ਬਾਰੇ ਨਹੀਂ ਸੋਚਦੇ, ਅਸੀਂ ਦੰਗਿਆਂ ਬਾਰੇ ਨਹੀਂ ਸੋਚਦੇ, ਅਸੀਂ ਦੂਜੇ ਦੇ ਉੱਤੇ ਅਟੈਕ ਕਰਨ ਵਾਸਤੇ ਨਹੀਂ ਸੋਚਦੇ, ਸਭ ਕੁਝ ਕਰ ਦਿੰਦੇ। ਮਤਲਬ ਪਤਾ ਨਹੀਂ ਕੀ ਸਾਬਿਤ ਕੀ ਕਰਨਾ ਚਾਹੁੰਦੇ ਕਿ ਮੈਂ ਸਭ ਤੋਂ ਬਿਹਤਰ ਹਾਂ, ਮੈਂ ਸਭ ਤੋਂ ਤਾਕਤਵਰ ਹਾਂ, ਮੈਂ ਸਭ ਤੋਂ ਸਿਆਣਾ, ਮੇਰੇ ਵਰਗਾ ਕੋਈ ਹੈ ਨਹੀਂ। ਪਤਾ ਨਹੀਂ ਕੀ ਸਿੱਧ ਕੀ ਕਰਨਾ ਚਾਹੁੰਦੇ ਆ, ਕੀ ਪ੍ਰੂਵ ਕਰਨਾ ਚਾਹੁੰਦੇ ਆ, ਸਾਨੂੰ ਨਹੀਂ ਪਤਾ ਲੱਗਦਾ। ਹੁਣ ਦੇਖੋ ਖਹਿਰਾ ਸਾਹਿਬ, ਅਸੀਂ ਦੇਖੀਏ 1984 ਦੇ ਜੋ ਦਿੱਲੀ ਦੇ ਵਿੱਚ ਐਂਟੀ ਸਿੱਖ ਰਾਇਟਸ ਹੋਏ ਸੀ, ਸਿੱਖ ਵਿਰੁੱਧ ਜਿਹੜੇ ਦੰਗੇ ਹੋਏ ਨੇ, ਸਟਿਲ ਪੈਂਡਿੰਗ ਹੈ। ਔਰ ਹਾਈ ਕੋਰਟ ਨੇ ਇਸ ਵਕਤ ਜਿਹੜਾ ਕੇਸ ਚੱਲਦਾ ਪਿਆ, ਉਸ ਵਕਤ ਜਿਹੜੇ ਉੱਥੇ ਪੁਲਿਸ ਆਫੀਸਰ ਸੀ ਉਹਨਾਂ ਦੀ ਜੋ ਏਜ ਹੈ 80+ ਹੋ ਚੁੱਕੀ ਹੈ। ਤਾਂ ਪਰ ਹਾਈ ਕੋਰਟ ਨੇ ਕਿਹਾ ਕਿ ਉਸ ਵਕਤ ਬਦ ਇੰਤਜ਼ਾਮੀ ਕਰਕੇ ਤਕਰੀਬਨ 10 ਤੋਂ 15 ਲੋਕਾਂ ਦੀਆਂ ਜਾਨਾਂ ਗਈਆਂ ਉਸ ਇਲਾਕੇ ਦੇ ਵਿੱਚ। ਇਹ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੇ ਜੋ ਇੱਦਾਂ ਦੀ ਕਾਰਵਾਈ ਕਰਦੇ ਪਏ ਸੀ, ਜੋ ਐਂਟੀ ਸਿੱਖ ਰਾਈਟਸ ਦੇ ਵਿੱਚ ਸਿੱਖਾਂ ਦੇ ਉੱਤੇ ਅਤਿਆਚਾਰ ਕਰਦੇ ਪਏ ਸੀ, ਉਹਨਾਂ ਨੂੰ ਨਹੀਂ ਗ੍ਰਿਫਤਾਰ ਕਰ ਸਕੇ। ਪਰ ਜੇ ਇਹਨਾਂ ਦੀ ਏਜ 80+ ਹੋ ਗਈ, ਇਹ ਨਹੀਂ ਕਿ ਇਹਨਾਂ ਨੂੰ ਏਜ ਦਾ ਬੈਨੀਫਿਟ ਦੇ ਦੇਣਾ ਚਾਹੀਦਾ ਕਿ ਇਹਨਾਂ ਦੀ ਏਜ ਜ਼ਿਆਦਾ ਹੈ। ਨੋ, ਵਾਕਈ ਸੰਜੀਵ ਜੀ, ਜੋ ਕ੍ਰਾਈਮ ਤੇ ਇਹਨੂੰ ਨਹੀਂ ਕਵਾਂਗੇ, ਨਹੀਂ ਇਹ ਕ੍ਰਾਈਮ ਹੈ ਬਿਲਕੁਲ, ਨਹੀਂ, ਜਿਨ੍ਹਾਂ ਨੇ ਕ੍ਰਾਈਮ ਕੀਤਾ
ਮਤਲਬ ਪੁਲਿਸ ਵਾਲੇ ਨੂੰ ਕ੍ਰਾਈਮ ਨਹੀਂ ਕਵਾਂਗੇ, ਨਹੀਂ, ਪੁਲਿਸ ਵਾਲੇ ਦੇਖੋ, ਨੇ ਜੋ ਕੀਤਾ ਤੁਸੀਂ ਪੁਲਿਸ ਵਾਲਿਆਂ ਦੀ ਰਿਸਪੌਂਸਿਬਿਲਿਟੀ ਸੀ ਔਰ ਰਿਸਪੌਂਸਿਬਿਲਿਟੀ, ਕ੍ਰਾਈਮ ਹੀ ਇਹ ਕਹਿ ਲਓ ਕਿ ਇਹਨੂੰ ਇਨਡਾਇਰੈਕਟ ਕ੍ਰਾਈਮ ਅਸੀਂ ਕਹਿੰਦੇ ਹਾਂ, ਔਰ ਇਹ ਕ੍ਰਾਈਮ ਜਿੰਨਾ ਹੀ ਇਹਦੇ ਤੇ ਸੀਰੀਜ਼ ਲੱਗਦੀਆਂ, ਜਿਹੜੀਆਂ ਧਰਾਵਾਂ ਲੱਗਦੀਆਂ ਨੇ, ਬਿਲਕੁਲ ਲੱਗਦੀਆਂ ਨੇ। ਮਤਲਬ ਇਨਡਾਇਰੈਕਟਲੀ ਕਹਿ ਸਕਦੇ ਹੋ, ਡਾਇਰੈਕਟ ਵਿੱਚ ਕ੍ਰਾਈਮ ਨਹੀਂ ਕਹਿ ਸਕਦੇ। ਔਰ ਦੂਜੀ ਗੱਲ ਇਹ ਕਿ ਜਿਹੜੇ ਕ੍ਰਾਈਮ ਕਰਦੇ ਪਏ ਨੇ ਉਹਨਾਂ ਨੂੰ ਤੁਸੀਂ ਨਹੀਂ ਨਜਿੱਠਿਆ, ਇਸ ਕਰਕੇ ਤੁਹਾਨੂੰ ਇੱਥੇ ਇਹ ਨਹੀਂ ਕਿ ਉਮਰ ਕਰਕੇ ਤੁਹਾਨੂੰ ਰਿਆਇਤ। ਦੇਖੋ, ਅਸੀਂ ਬੜਾ ਦੇਖਿਆ ਸੱਜਣ ਸਿੰਘ ਹੁਣਾਂ ਨੂੰ ਬੜੀਆਂ ਸਾਰੇ ਪ੍ਰਿਵਿਲੇजेस ਮਿਲੀਆਂ ਜਦੋਂ ਕਾਂਗਰਸ ਦੀ ਸਰਕਾਰ ਸੀ ਜੀ, ਜਦ ਕਿ ਚਾਹੀਦਾ ਇਹ ਸੀ ਕਿ ਐਗਜ਼ੈਂਪਲਰੀ ਸਜ਼ਾਵਾਂ ਮਿਲਦੀਆਂ, ਉਦਾਹਰਣ ਤਾਂ ਲੋਕਾਂ ਨੂੰ ਦੇ ਸਕਦੇ ਕਿ ਬਈ ਆਹ ਦੇਖ ਲਓ ਸਾਡੀ ਸਰਕਾਰ ਨੇ ਆਹ ਕੀਤਾ। ਕਿਸੇ ਦਾ ਵੀ ਹੋਵੇ, ਤੁਸੀਂ ਦਿੱਲੀ ਦੇਖੋ, ਦਿੱਲੀ ਦਾ ਮੁੱਦਾ ਅਸੀਂ ਕਹਿੰਦੇ ਆ ਕਿ ਸਾਨੂੰ ਲੋਕੀ ਬੜੇ ਸਿਆਣੇ ਆ ਕੇ ਕਹਿੰਦੇ ਆ ਜੀ 84 ਹੁਣ ਛੇੜਨੀ ਨਹੀਂ ਚਾਹੀਦੀ ਤੁਹਾਨੂੰ, ਤੁਸੀਂ ਹਰ ਵਾਰ 84 ਲੈ ਕੇ ਬਹਿ ਜਾਂਦੇ ਆ। ਬਈ ਜਿਹਦੀ ਮਾਂ ਦਾ ਪੁੱਤ ਸਾਹਮਣੇ ਟਾਇਰ ਪਾ ਕੇ ਤੁਸੀਂ ਸਾੜ ਦਿੱਤਾ, ਉਹ ਤੇ ਮਾਂ ਨੂੰ ਉਹਦੀਆਂ ਦਿਲੋਂ ਕਿ ਉਹਨੇ ਕਿਹੜੇ ਕਿਹੜੇ ਬਲਬਲੇ ਉੱਠਦੇ ਆ, ਉਹਦੀਆਂ ਅੰਦਰਾਂ ਨੇ। ਜਿਹਦੀ ਧੀ ਦਾ ਸਾਹਮਣੇ ਤੁਸੀਂ ਉਹਦੇ ਬਲਾਤਕਾਰ ਕਰ ਦਿੱਤਾ, ਉਹਦੇ ਭਰਾ ਦੇ, ਉਹਦੇ ਪੇ ਦੇ ਸਾਹਮਣੇ, ਉਹਦਾ ਕੀ ਕਸੂਰ ਸੀਗਾ? ਜਿਹਦੇ ਛੋਟੇ ਜਵਾਕ ਦੇ ਮੂੰਹ ਦੇ ਵਿੱਚ ਤੁਸੀਂ ਡੰਡਾ ਮਾਰ ਕੇ ਮਾਰ ਦਿੱਤਾ, ਉਹਦਾ ਕਸੂਰ ਸੀ ਕੋਈ? ਘਰ ਸਾੜ ਦਿੱਤੇ, ਕਿਸੇ ਦਾ ਵਿਆਹ ਧਰਿਆ ਹੋਇਆ ਸੀ, ਉਹਦੇ ਜੀਂਦੇ ਪਰਿਵਾਰ ਨੂੰ ਤੁਸੀਂ ਸਾੜਿਆ, ਉਹਨੂੰ ਭੁੱਲ ਜਾਊਗਾ? ਇਹ ਇਦਾਂ ਦੀ ਚੀਜ਼ ਹੈ। ਔਰ ਤੁਸੀਂ ਦੇਖੋ ਜੀ, ਉਸ ਤੋਂ ਬਾਅਦ ਲੋਕਾਂ ਨੂੰ, ਜਿਹੜੇ ਲੋਕ ਇਹਦੇ ਵਿੱਚ ਇਨਵੋਲਵ ਸੀਗੇ ਸੰਜੀਵ ਜੀ, ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ, ਫਿਰ ਅਸੀਂ ਕਿੱਦਾਂ ਭੁੱਲ ਜਾਈਏ? ਤੁਸੀਂ ਆਪ ਦੇਖੋ, ਥੋੜੇ ਦਿਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੰਪਲੈਕਸ ਦੇ ਵਿੱਚ ਉਹ ਮੁੰਡਾ ਟੀ-ਸ਼ਰਟ ਪਾ ਕੇ ਜਗਦੀਸ਼ ਟਾਈਟਲਰ ਦੀ ਫੋਟੋ ਲਾ ਕੇ ਆ ਗਿਆ। ਇੰਨੀ ਹਿੰਮਤ ਲੋਕਾਂ ਦੇ ਵਿੱਚ ਹੈ। ਤਾਂ ਤੁਸੀਂ ਦੇਖੋ ਵੀ ਅਸੀਂ ਪੰਜਾਬੀ ਕਿੱਦਾਂ ਭੁੱਲ ਜਾਈਏ? ਅਸੀਂ ਪੰਜਾਬੀ ਉਹ ਚੀਜ਼ ਨੂੰ ਭੁੱਲ ਜਾਈਏ? ਬਿਲਕੁਲ ਸਹੀ ਗੱਲ ਹੈ। ਤਾਂ ਸਾਨੂੰ ਮਤਲਬ ਇਹ ਕਿਸੇ ਨੂੰ ਵੀ ਨਹੀਂ ਭੁੱਲਣਾ ਚਾਹੀਦਾ, ਸਾਨੂੰ ਕਿ ਪੰਜਾਬੀਆਂ ਨੂੰ, ਕਿ ਦੁਨੀਆ 'ਚ ਕਿਸੇ ਨੂੰ ਨਹੀਂ ਭੁੱਲਣਾ ਚਾਹੀਦਾ। ਦੇਖੋ, ਜਿਹਦੀ ਮਾਂ ਦਾ ਪੁੱਤ ਉਹਦੇ ਸਾਹਮਣੇ ਮਰਿਆ ਹੋਵੇ, ਜਿਹਦੀ ਭੈਣ ਦੀ ਇੱਜ਼ਤ ਖਾਕ ਕੀਤੀ ਹੋਵੇ, ਜਿਹਦੇ ਜਵਾਕ ਮਾਰੇ ਗਏ ਹੋਣ, ਉਹਦੇ ਤੇ ਪੀੜ੍ਹੀਆਂ ਤੱਕ ਨਹੀਂ ਭੁੱਲਣਾ ਹੈ ਸਭ ਕੁਝ। ਬਿਲਕੁਲ ਸਹੀ ਗੱਲ ਹੈ। ਔਰ ਸਿੱਖ ਜਥੇਬੰਦੀਆਂ ਨੇ ਹਾਈ ਕੋਰਟ ਦੀ ਸਟੇਟਮੈਂਟ ਦਾ ਸਵਾਗਤ ਕੀਤਾ ਕਿ ਇਹ ਸਾਡੇ ਜ਼ਖਮਾਂ ਦੇ ਉੱਤੇ ਮਲਮ ਹੈ। ਬਿਲਕੁਲ ਮਲਮ ਹੈ। ਜਿਹੜਾ ਤੁਸੀਂ ਸਾਨੂੰ ਇਹ ਇੱਕ ਸਟੇਟਮੈਂਟ ਦੇ ਰਹੇ ਹੋ ਕਿ ਉਸ ਬੰਦੇ ਨੂੰ ਇਸ ਏਜ ਕਰਕੇ ਨਹੀਂ ਛੂਟ ਮਿਲਣੀ ਚਾਹੀਦੀ, ਉਹਨੂੰ ਪ੍ਰੋਪਰ ਟ੍ਰਾਇਲ ਹੋਏਗਾ। ਦੇਖੋ, ਸਟਿਲ ਚੱਲ ਰਿਹਾ ਬਿਲਕਿਸ ਬਾਨੋ ਕੇਸ ਦੇ ਵਿੱਚ ਕੀ ਹੋਇਆ? ਤੁਸੀਂ ਦੇਖੋ ਕਿ 11 ਦੇ 11 ਬੰਦੇ ਬਾਹਰ ਆ ਗਏ, ਹੈ ਨਾ। 3 ਮਤਲਬ ਕਿੱਦਾਂ ਤੁਸੀਂ ਹਿਸਾਬ ਲਾ ਸਕਦੇ ਹੋ? ਉਹਦੀ ਬੱਚੀ ਮਰ ਗਈ, ਪ੍ਰੈਗਨੈਂਟ ਸੀ ਉਹ ਉਸ ਸਮੇਂ, ਉਹਦਾ ਤੁਸੀਂ ਬਲਾਤਕਾਰ ਕੀਤਾ ਆ। ਅਸੀਂ ਪਤਾ ਨਹੀਂ ਕਿਹੜੇ ਇਨਹਿਊਮਨ ਐਰਾ ਚ ਰਹਿਣ ਡੇ, ਮੈਨੂੰ ਇਹ ਸਮਝ ਨਹੀਂ ਆਉਂਦੀ। ਸਟਿਲ ਉਹ ਹੁਣ ਫਿਰ ਕੋਰਟ ਦੇ ਕੋਲ ਗਈਆਂ ਨੇ, ਕੋਰਟ ਦੇ ਕੋਲ ਪਟੀਸ਼ਨ ਦਿੱਤੀ ਹੈ ਬਿਲਕਿਸ ਬਾਨੋ ਕੇਸ ਦੇ ਵਿੱਚ, ਫਿਰ ਪਟੀਸ਼ਨ ਹੋਈ ਹੈ ਕਿ ਇਹ ਤੁਸੀਂ ਕਿਉਂ ਕੀਤਾ। ਔਰ ਇਸ ਦੀ ਜੋ ਸੋਚ ਹੈ, ਇਸ ਦੀ ਜੋ ਗੱਲ ਹੈ, ਪੂਰੇ ਵਰਲਡ ਵਿੱਚ ਗਈ ਹੈ। ਅਮਰੀਕਾ ਤੋਂ ਗੱਲ ਕੀਤੀ ਵੀ ਇਹ ਕੀ ਹੁੰਦਾ ਪਿਆ। ਸੋ ਵਾਟਸ ਹੈਪਨਿੰਗ? ਇਹ ਨਾ ਕਿ ਤੁਸੀਂ ਪੋਲੀਟੀਕਲ, ਜੇ ਤੁਸੀਂ ਝੁਕਦੇ ਪਾਸੇ ਤੇ ਵੱਲ ਹੋ ਤਾਂ ਫਿਰ ਤੁਹਾਡਾ ਕੋਈ ਬਾਲ ਵੀ ਨਹੀਂ ਬਾਕਾ ਕਰ ਸਕਦਾ। ਸਾਡਾ ਸਿਸਟਮ ਇਦਾਂ ਦਾ ਹੋ ਗਿਆ ਸੰਜੀਵ ਜੀ। ਤੁਸੀਂ ਦੇਖੋ ਨਾ, ਆਪਾਂ ਸਿੱਖ ਦੰਗਿਆਂ ਦੀ ਗੱਲ ਕੀਤੀ, ਜੋ ਐਂਟੀ ਸਿੱਖ ਰਾਈਟਸ ਹੋਏ ਨੇ, ਸਟਿਲ ਜਿਹੜੀਆਂ ਫੈਮਿਲੀ ਸਰਵਾਈਵ ਕਰਦੀਆਂ ਪਈਆਂ ਨੇ, ਜਿਹੜੇ ਲੋਕ ਸਰਵਾਈਵ ਕਰਦੇ ਪਏ ਨੇ, ਜਿਨ੍ਹਾਂ ਨੇ ਸਭ ਹੰਡਾਇਆ ਆਪਣੇ ਪਿੰਡੇ ਤੇ ਉੱਤੇ, ਪੰਜਾਬ ਦੇ ਵਿੱਚ ਵੀ ਰਹਿੰਦੇ ਨੇ, ਲੁਧਿਆਣਾ ਦੇ ਕੋਲ ਕਲੋਨੀਜ਼ ਬਣੀਆਂ ਹੋਈਆਂ, ਜਾ ਕੇ ਪੁੱਛ ਕੇ ਦੇਖੋ, ਕਦੀ ਸਰਵੇ ਕਰਕੇ ਦੇਖੋ, ਉਹਨਾਂ ਦੀ ਰਿਪੋਰਟ ਲੈ ਕੇ ਦੇਖੋ। ਮਤਲਬ ਤੁਸੀਂ ਗੱਲ ਨਹੀਂ ਕਰ ਸਕਦੇ ਕਿ ਇੰਨਾ ਜ਼ਿਆਦਾ ਦੁੱਖ ਹੈ, ਤੁਸੀਂ ਅੱਗੋਂ ਕੋਈ ਸਵਾਲ ਪੁੱਛਣ ਜੋਗੇ ਨਹੀਂ ਰਹਿੰਦੇ ਕਿ ਤੁਸੀਂ ਕੀ ਕਹੋਗੇ ਉੱਥੇ। ਵਾਕਈ ਦੇਖੋ, ਜਦੋਂ ਕੋਈ ਸਵਾਲਾਂ ਦੇ ਜਵਾਬ ਨਹੀਂ ਹੁੰਦੇ, ਸਿਰਫ ਤੇ ਸਿਰਫ ਉਹਨਾਂ ਦੇ ਮਲਮਾਂ ਤੋਂ, ਜਿਹੜਾ ਉਹਨਾਂ ਤੇ ਮਲਮਾਂ ਲਾਈਆਂ ਜਾ ਸਕਦੀਆਂ ਉਹਨਾਂ ਦੇ ਦੁੱਖਾਂ ਦੇ ਉੱਤੇ। ਔਰ ਮੈਨੂੰ ਲੱਗਦਾ ਜੇ ਸਰਕਾਰ ਵਾਕਈ ਮਲਮ ਲਾਉਣਾ ਚਾਹੁੰਦੀ ਹੈ ਤੇ ਇਸ ਦੇ ਉੱਤੇ ਪ੍ਰੋਪਰ ਜਿਹੜਾ ਹੈ, ਇੱਕ ਕਹਿ ਲਈਏ ਕਿ ਪੂਰਨਤਾ ਨਿਆਂ ਜਿਹੜਾ ਹੈ ਉਹ ਮਿਲਣਾ ਚਾਹੀਦਾ ਹੈ। ਫਿਲਹਾਲ ਮੈਂ ਤੇ ਸੰਜੀਵ ਜੀ ਚੱਲਦੇ ਹਾਂ ਤੇ ਕੱਲ ਇਸੇ ਉਮੀਦ 'ਚ ਕਿ ਤੁਹਾਨੂੰ ਨਵੇਂ ਵਿਸ਼ਿਆਂ ਦੇ ਨਾਲ ਮਿਲਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਾਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ ਜੀ।